ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੈਂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਗੁੱਜਰ ਨਾਮ ਸੋ ਜਾਤ ਲੋਹਾਰ ਚਲ ਆਇਓ ਗੁਰ ਕੇ ਦਰਬਾਰ ਬੰਦਨ ਕਰ ਬੈਠਿਓ ਗੁਰ ਪਾਸ ਦਰਸ਼ਨ ਦੇਖ ਕਰੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹ ਸੋ ਕਹਾ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ 부ਝਾਈ। ਜੈਸੇ ਸੱਚ ਮੈਂ ਰਹੋ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ जुड़ बैठी गुरु की साजी और नवाजी हुई। गुरु का खास रूप गुरु खालसा साध संगत जीओ वड्डियां भागां वाले हो कि निता प्रति गुरु चरना च जुड़ के सतगुरां दी संगत करके
ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਦੇ ਹੋ ਔਰ ਆਪਣਾ ਸਮਾਂ ਤੇ ਸਵਾਸ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰਦੇ। ਗੁਰੂ ਕੀ ਸੰਗਤ ਸਤ ਸੰਗਤ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਸਾਧ ਸੰਗਤ ਕੀਤੇ ਬਿਨਾ ਪਰਮੇਸ਼ਰ ਦੇ ਘਰ ਦੇ ਦਰ ਦੇ ਰਸਤੇ ਦੀ ਸੋਝੀ ਨਹੀਂ ਹੁੰਦੀ। ਗੁਣ ਇਹ ਹੈ ਕਿ ਸੰਗਤ ਕਰਦਿਆਂ ਨਿਰੰਕਾਰ ਦੇ ਘਰ ਦੇ ਦਰ ਤੇ ਜਾਣ ਵਾਸਤੇ ਜੋ ਮਾਰਗ ਹੈ ਉਸ ਮਾਰਗ ਦਾ ਬੋਧ ਉਹਦਾ ਗਿਆਨ ਗੁਰੂ ਕੀ ਸੰਗਤ ਕਰਦਿਆਂ ਪ੍ਰਾਪਤ ਹੁੰਦਾ ਹੈ। ਇਸ ਕਰਕੇ ਹਰ ਇੱਕ ਮਾਈ ਭਾਈ ਵਾਸਤੇ ਗੁਰੂ ਕੀ ਸੰਗਤ ਕਰਨੀ ਅਤੀ ਜ਼ਰੂਰੀ ਹੈ। ਕਰਮ ਚੰਗੇ ਹੋਣ ਭਾਗ ਸਵੱਲੇ ਹੋਣ ਤਾਂ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਦਸ਼ਾਹ ਹਮਾਯੂ ਪੁੱਜਾ। ਪਹਿਲਾ ਹੰਕਾਰ ਕਰਕੇ ਸਤਿਗੁਰਾਂ ਦਾ ਨਿਰਾਦਰ ਕਰਨ ਵਾਸਤੇ ਨੇ ਮਨ 'ਚ ਸੰਕਲਪ ਕੀਤਾ ਹੈ। ਸਤਿਗੁਰਾਂ ਨੇ ਨਾਲ ਹੀ ਇਹਨੂੰ ਦੰਡ ਦਿੱਤਾ ਹੈ। ਚਰਨਾਂ ਤੇ ਕਗਿਆ ਕੇ ਬੇਨਤੀ ਕੀਤੀ, ਜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਪੁਸ਼ਤਾਂ ਦਾ ਰਾਜ ਦਿੱਤਾ ਹੈ, ਰਾਜ ਸਾਡਾ ਖੁੱਸ ਗਿਆ, ਕਿਰਪਾ ਕਰੋ। ਪਾਤਸ਼ਾਹ ਕਹਿੰਦੇ ਮਿਲ ਤਾਂ ਹੁਣੇ ਹੀ ਜਾਣਾ ਸੀ, ਜੇ ਤਲਵਾਰ ਦੇ ਕਬਜ਼ੇ ਨੂੰ ਹੱਥ ਨਾ ਪਾਉਂਦਾ ਹੁਣ ਥੋੜਾ ਜਿਹਾ ਸਮਾਂ ਲੱਗੂ। ਅਫਗਾਨਿਸਤਾਨ ਦੇ ਇਲਾਕੇ 'ਚ ਜਾ ਕੇ ਫੌਜ ਦੀ ਤਿਆਰੀ ਕਰ। ਫਿਰ ਜਾ ਕੇ ਹਮਾਯੂ ਦੁਬਾਰਾ ਕਈ ਵਰ੍ਹਿਆਂ ਬਾਅਦ ਹਿੰਦੁਸਤਾਨ ਦੇ ਤਖਤ ਤੇ ਬੈਠਾ। ਸਤਿਗੁਰਾਂ ਦੇ ਸਿੱਖਾਂ ਦੀ ਭਗਤਮਾਲਾ ਦੀ ਕਥਾ ਆਰੰਭ ਹੋਈ ਹੈ। ਭਾਈ ਜੀਵਾ ਜੀ ਦਾ ਪ੍ਰਸੰਗ, ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਦਾ ਹੁਕਮ ਕੀਤਾ ਹੈ ਕਿ ਨਿਰੰਕਾਰ ਪਰਮੇਸ਼ਰ ਦੀ ਰਜ਼ਾ ਵਿੱਚ ਉਹਦੇ ਹੁਕਮ 'ਚ ਚੱਲਣਾ। ਇਹੀ ਗੁਰਸਿੱਖ ਦਾ ਕਰਤੱਵ ਹੈ, ਗੁਰਸਿੱਖ ਦਾ ਧਰਮ ਹੈ। ਭਾਈ ਜੀਵਾ ਜੀ ਨੇ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕੀਤੀ ਹੈ। ਜਿੰਨਾ ਚਿਰ ਜਿਉਂਦੇ ਰਹੇ ਪਰਮ ਆਨੰਦ ਵਿੱਚ ਜੀਵਨ ਮੁਕਤ ਅਵਸਥਾ ਦਾ ਆਨੰਦ ਮਾਣਦੇ ਰਹੇ। ਮੁੜ ਕੇ ਸਰੀਰ ਤਿਆਗ ਕੇ ਸਤਿਗੁਰਾਂ ਦੇ ਸਰੂਪ 'ਚ ਹੀ ਅਭੇਦ ਹੋ ਗਏ। ਹੋਰ ਨਾਮ ਰਸੀਏ ਗੁਰਸਿੱਖ ਸਤਿਗੁਰਾਂ ਦੀ ਸ਼ਰਨ ਆ ਰਹੇ ਨੇ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਗੁੱਜਰ ਨਾਮ ਸੁਜਾਤ ਲੋਹਾਰ। ਇੱਕ ਗੁਰੂ ਕਾ ਸਿੱਖ ਹੈ, ਇਹਦਾ ਨਾਮ ਹੈ ਭਾਈ ਗੁੱਜਰ। ਇਹ ਲੋਹਾਰ ਦਾ ਕੰਮ ਕਰਦਾ ਹੈ, ਲੋਹੇ ਦਾ ਕੰਮ ਕਰਦਾ ਹੈ। ਹੁਣ ਜਿਹੋ ਜਿਹਾ ਕੋਈ ਕਰਮ ਕਰੇ ਉਹਦੀ ਉਹੋ ਜਿਹੀ ਜਾਤੀ। ਲੋਹੇ ਦਾ ਕੰਮ ਕਰਕੇ ਇਹਦੀ ਜਾਤ ਲੋਹਾਰ ਹੈ ਔਰ ਗੁੱਜਰ ਇਹਦਾ ਨਾਮ ਹੈ। ਚੱਲ ਆਇਓ ਗੁਰ ਕੇ ਦਰਬਾਰ। ਭਾਈ ਗੁੱਜਰ ਲੋਹਾਰ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਖਡੂਰ ਸਾਹਿਬ ਚੱਲ ਕੇ ਆਏ। ਬੰਧਨ ਕਰ ਬੈਠਿਓ ਗੁਰ ਪਾਸ। ਗੁਰਦੇਵ ਦੇ ਪਵਿੱਤਰ ਚਰਨਾਂ ਤੇ ਬੰਦਨਾ ਕਰਕੇ ਨਮਸਕਾਰ ਕਰਕੇ ਭਾਈ ਗੁੱਜਰ ਜੀ ਗੁਰੂ ਚਰਨਾਂ 'ਚ ਬੈਠ ਗਏ। ਦਰਸ਼ਨ ਦੇ ਕਰੀ ਅਰਦਾਸ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਕੇ ਭਾਈ ਗੁੱਜਰ ਜੀ ਨੇ ਅਰਦਾਸ ਬੇਨਤੀ ਕੀਤੀ। ਸੁਨੋ ਗੁਰੂ ਜੀ ਹੇਤ ਆਹਾਰ। ਕਹਿਣ ਲੱਗੇ, ਹੇ ਗੁਰਦੇਵ ਜੀ
ਭੋਜਨ ਵਾਸਤੇ, ਪੇਟ ਭਰਨ ਵਾਸਤੇ। ਦਿਨ ਸਗਰੇ ਅਮਠਾਨੇ ਕਾਰ। ਅਸੀਂ ਸਾਰਾ ਦਿਨ ਹੱਡ ਤੋੜਵੀਂ ਮਿਹਨਤ ਕਰਦੇ ਹਾਂ ਰੋਟੀ ਵਾਸਤੇ, ਪੇਟ ਭਰਨ ਵਾਸਤੇ। ਸਵੇਰੇ ਦਿਨ ਚੜ੍ਹਨ ਤੋਂ ਲੈ ਕੇ ਸ਼ਾਮ ਤਾਈਂ ਸਾਰਾ ਦਿਨ ਅਸੀਂ ਕਾਰ ਵਿਹਾਰ ਕਰਦੇ ਹਾਂ। ਪਸੀ ਗ੍ਰਸਤ ਪਾਏ ਨਾ ਅਵਿਕਾਸ਼। ਆਪਣੇ ਗ੍ਰਸਤ ਦੇ ਧੰਦਿਆਂ ਵਿੱਚ, ਗ੍ਰਸਤ ਦੇ ਕੰਮਾਂ ਕਾਰਾਂ ਵਿੱਚ ਅਸੀਂ ਇਹੋ ਜਿਹੇ ਫਸੇ ਹੋਏ ਆ ਵੀ ਸਾਨੂੰ ਵੇਲ ਨਹੀਂ ਮਿਲਦਾ। ਗ੍ਰਸਤ ਦੇ ਕੰਮਾਂ ਵਿੱਚ ਸਾਰਾ ਦਿਨ ਕੰਮਕਾਰ ਕਰਦੇ ਆ, ਸ਼ਾਮ ਨੂੰ ਘਰ ਆਈਏ ਤਾਂ ਪਰਿਵਾਰ ਦੇ ਕੰਮਾਂ ਕਾਰਾਂ ਵਿੱਚ, ਉਹਨਾਂ ਵਿੱਚ ਫਸਿਆ ਹੋਇਆਂ ਨੂੰ ਸਾਨੂੰ ਵੇਲਾ ਨਹੀਂ ਲੱਭਦਾ, ਸਮਾਂ ਨਹੀਂ ਮਿਲਦਾ। ਸੇਵਾ ਕਰੇ ਰਹੇ ਤੁਮ ਪਾਸ। ਅਸੀਂ ਵਿੱਚੋਂ ਸਮਾਂ ਕੱਢ ਕੇ ਤੁਹਾਡੀ ਸੇਵਾ ਕਰੀਏ, ਤੁਹਾਡੇ ਕੋਲ ਆ ਕੇ ਰਹੀਏ। ਇੰਨਾ ਸਮਾਂ ਹੀ ਨਹੀਂ ਬਣਦਾ ਮਹਾਰਾਜ ਜੀ। ਸਾਰਾ ਦਿਨ ਕੰਮਾਂ ਧੰਦਿਆਂ ਵਿੱਚ ਲੰਘ ਜਾਂਦਾ, ਕਾਰ ਵਿਹਾਰ ਕਰਦਿਆਂ, ਗ੍ਰਸਤ ਦੇ ਧੰਦੇ ਕਰਦਿਆਂ। ਮਹਾਰਾਜ ਜੀ ਸਾਨੂੰ ਇੰਨਾ ਸਮਾਂ ਹੀ ਨਹੀਂ ਲੱਭਦਾ ਕਿ ਅਸੀਂ ਆਪ ਜੀ ਦੇ ਚਰਨਾਂ 'ਚ ਆ ਕੇ ਤੁਹਾਡੀ ਸੇਵਾ ਕਰ ਸਕੀਏ। ਅਮਰੋ ਪੀ ਕੇ ਮੋਏ ਕਲਿਆਣ। ਮਹਾਰਾਜ ਜੀ ਅਸੀਂ ਤੁਹਾਡੀ ਸੇਵਾ ਹੀ ਨਹੀਂ ਕਰਦੇ, ਆ ਕੇ ਤੁਹਾਡੇ ਪਾਸ ਬਹਿੰਦੇ ਨਹੀਂ, ਸੰਗਤ ਨਹੀਂ ਕਰਦੇ, ਤਾਂ ਮਹਾਰਾਜ ਜੀ ਸਾਡੀ ਕਲਿਆਣ ਕਿਵੇਂ ਹੋਵੇਗੀ? ਸਾਡੀ ਬੰਦ ਖਲਾਸੀ ਕਿਵੇਂ ਹੋਵੇਗੀ? ਅਸੀਂ ਜਨਮ ਮਰਨ ਤੋਂ ਮੁਕਤ ਕਿਵੇਂ ਹੋਵਾਂਗੇ? ਜਨਮ ਮਰਨ ਦਾ ਬੰਧਨ ਹਾਨ। ਜਨਮ ਤੇ ਮਰਨ ਦਾ ਬੰਧਨ ਅਸੀਂ ਵੀ ਕਟਾਣਾ ਚਾਹੁੰਦੇ ਆ ਵੀ ਸਾਡਾ ਜਨਮ ਮਰਨ ਕੱਟਿਆ ਜਾਵੇ, ਪਰ ਮਹਾਰਾਜ ਗ੍ਰਸਤ ਦੇ ਕੰਮਾਂ ਵਿੱਚ ਫਸਿਆ ਹੋਇਆਂ ਨੂੰ ਸਮਾਂ ਨਹੀਂ ਲੱਗਦਾ ਕਿ ਅਸੀਂ ਆਪ ਜੀ ਦੇ ਚਰਨਾਂ 'ਚ ਆ ਕੇ ਸੰਗਤ ਕਰੀਏ ਜਾਂ ਆਪ ਜੀ ਦੀ ਸੇਵਾ ਟਹਿਲ ਕਰੀਏ, ਤੁਹਾਡੇ ਦਰਸ਼ਨ ਕਰੀਏ, ਤੁਹਾਡੇ ਪਾਸ ਬੈਠੀਏ। ਕਦੇ ਕਿਤੇ ਸਮਾਂ ਲੱਗਦਾ ਤੇ ਚੱਲ ਕੇ ਆਉਂਦੇ ਆ, ਰੋਜ਼ ਸਮਾਂ ਨਹੀਂ ਬਣਦਾ। ਮਹਾਰਾਜ ਸਾਡੀ ਬੰਦ ਖਲਾਸੀ ਕਿਵੇਂ ਹੋਵੇਗੀ? ਇਹ ਸਮੱਸਿਆ ਕੱਲੀ ਭਾਈ ਗੁੱਜਰ ਲੁਹਾਰ ਦੀ ਨਹੀਂ, ਬਹੁਤਿਆਂ ਦੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਦੇ ਇੱਕ ਬੜੇ ਪਿਆਰੇ ਮਿੱਤਰ ਸਨ, ਉਹ ਵੀ ਅਮਰੀਕਾ ਵਿੱਚ ਡਾਕਟਰ ਸਨ। ਉਹਨਾਂ ਨੇ ਚਿੱਠੀ ਲਿਖੀ ਭਾਈ ਵੀਰ ਸਿੰਘ ਹੋਣਾ ਨੂੰ, ਕਹਿਣ ਲੱਗੇ ਭਾਈ ਸਾਹਿਬ ਤੁਸੀਂ ਕਹਿੰਦੇ ਵੀ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ, ਵੀ ਸਾਨੂੰ ਤਾਂ ਦਿਨ ਰਾਤ ਭਾਜੜੀ ਰਹਿੰਦੀ ਹੈ ਮਰੀਜ਼ਾਂ ਵਿੱਚ, ਅਸੀਂ ਕਿਹੜੇ ਵੇਲੇ ਸਿਮਰਨ ਕਰੀਏ? ਡਾਕਟਰ ਭਾਈ ਵੀਰ ਸਿੰਘ ਜੀ ਨੇ ਚਿੱਠੀ ਲਿਖ ਕੇ ਭੇਜੀ, ਕਹਿਣ ਲੱਗੇ ਬਹਾਨੇ ਹੁੰਦੇ ਆ ਬੰਦੇ ਕੋਲ ਵੀ ਸਾਡੇ ਕੋਲ ਸਮਾਂ ਨਹੀਂ। ਇਹ ਦੱਸੋ ਵੀ ਜਦੋਂ ਕਿਸੇ ਮਰੀਜ਼ ਨੂੰ ਵੇਖਣ ਵਾਸਤੇ ਜਾਂਦੇ ਹੋ, ਰਸਤੇ ਵਿੱਚ ਤੁਹਾਨੂੰ ਅੱਧਾ ਘੰਟਾ ਗੱਡੀ ਤੇ ਕਾਰ ਤੇ ਲੱਗਦਾ ਹੋਵੇਗਾ, ਅੱਧਾ ਘੰਟਾ ਆਉਂਦਿਆਂ ਲੱਗਦਾ ਹੋਵੇਗਾ, ਕਿ ਉਹ ਸਮਾਂ ਨਹੀਂ ਹੁੰਦਾ ਵੀ ਉਦੋਂ ਤੁਸੀਂ ਆਉਂਦਿਆਂ ਜਾਂਦਿਆਂ ਪਰਮੇਸ਼ਰ ਦਾ ਭਜਨ ਕਰੋ? ਆਪਣੇ ਹਸਪਤਾਲ ਤੋਂ ਘਰ ਤੱਕ ਆਉਂਦਿਆਂ ਜੇ ਅੱਧਾ ਘੰਟਾ ਗੱਡੀ ਵਿੱਚ ਲੱਗਦਾ, ਉਹ ਵੀ ਤੁਹਾਡਾ ਸਮਾਂ ਹੈ। ਸਵੇਰੇ ਜਾਂਦਿਆਂ ਸਮਾਂ ਲੱਗਦਾ ਹੈ, ਉਹਦੇ ਵਿੱਚ ਤਾਂ ਪਰਮੇਸ਼ਰ ਦਾ ਭਜਨ ਕਰ ਸਕਦੇ ਹੋ ਨਾ। ਜੇ ਇਉਂ ਭਜਨ ਕਰਨ ਲੱਗੋਗੇ, ਸਹਿਜੇ ਸਹਿਜੇ ਅਭਿਆਸ ਕਰਦਿਆਂ ਸੁਰਤ ਵਿੱਚ ਨਾਮ ਵਸ ਜਾਵੇਗਾ, ਫਿਰ ਭੁੱਲੇਗਾ ਹੀ ਨਹੀਂ, ਫਿਰ ਵਿਸਰੇਗਾ ਹੀ ਨਹੀਂ। ਭਾਈ ਗੁੱਜਰ ਲੁਹਾਰ ਕਹਿੰਦਾ ਮਹਾਰਾਜ ਅਸੀਂ ਤਾਂ ਗ੍ਰਸਤ ਦੇ ਕੰਮਾਂ ਵਿੱਚ ਇਹੋ ਜਿਹੇ ਫਸੇ ਆ ਕਿ ਪਾਤਸ਼ਾਹ ਤੁਹਾਡੇ ਆ ਕੇ ਦਰਸ਼ਨ ਨਹੀਂ ਕਰ ਸਕਦੇ, ਵੇਲਾ ਸਾਨੂੰ ਸਮਾਂ ਨਹੀਂ ਲੱਗਦਾ ਕਿ ਅਸੀਂ ਆ ਕੇ ਤੁਹਾਡੇ ਦਰਸ਼ਨ ਕਰੀਏ, ਤੁਹਾਡੀ ਸੇਵਾ ਕਰੀਏ। ਸਾਡਾ ਉਧਾਰ ਕਿਵੇਂ ਹੋਵੇਗਾ? ਸੁਨ ਸਤਿਗੁਰ ਕੀ ਨਸਿ ਉਪਦੇਸ਼। ਜਦੋਂ ਭਾਈ ਗੁੱਜਰ ਲੁਹਾਰ ਨੇ ਉਹ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਇੱਕ ਚਿਤ ਜਪ ਜੀ ਪਠੋ ਹਮੇਸ਼। ਮਹਾਰਾਜ ਜੀ ਕਹਿੰਦੇ ਭਾਈ ਗੁੱਜਰ ਜੇ ਕਦੇ ਸਾਡੇ ਕੋਲ ਆਉਣ ਦਾ ਸਮਾਂ ਘੱਟ ਲੱਗਦਾ ਤਾਂ ਇਉਂ ਕਰਿਆ ਕਰੋ, ਜਦੋਂ ਕੰਮਕਾਰ ਕਰ ਰਹੇ ਹੁੰਦੇ ਹੋ ਉਦੋਂ ਇੱਕ ਚਿੱਤ ਹੋ ਕੇ ਪਰਮੇਸ਼ਰ ਦੀ ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ। ਸੁਬਾਹ ਅੰਮ੍ਰਿਤ ਵੇਲੇ ਉੱਠਦੇ ਹੋ, ਇਸ਼ਨਾਨ ਪਾਨ ਕਰਕੇ ਜਪਜੀ ਸਾਹਿਬ ਪੜੋ। ਦਿਨ ਵੇਲੇ ਵੀ ਜਦੋਂ ਕੰਮ ਧੰਦੇ ਕਰ ਰਹੇ ਹੋ, ਜਦੋਂ ਜਪਜੀ ਸਾਹਿਬ ਦੀ ਬਾਣੀ ਵਿੱਚ ਆਪਣਾ ਚਿੱਤ ਜੋੜੋਗੇ ਤੇ ਕੰਮ ਕਰਦਿਆਂ ਵੀ ਜਪਜੀ ਸਾਹਿਬ ਪੜ੍ਹੀ ਜਾਓ, ਉਹਦੇ 'ਚ ਸੁਰਤ ਲੱਗੀ ਰਹੇ।
ਤੋ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਪੜੋ। ਜੀਤਕ ਵਾਰ ਪਠਿਓ ਨਿਤ ਜਾਏ। ਜਿੰਨੀ ਵਾਰ ਰੋਜ਼ ਪੜਿਆ ਜਾ ਸਕੇ, 5 ਪਾਠ ਹੋ ਜਾਣ, 7 ਹੋ ਜਾਣ, 10 ਹੋ ਜਾਣ, 15 ਹੋ ਜਾਣ, 20 ਹੋ ਜਾਣ, ਇਹੋ ਜਿਹੇ ਗੁਰਮੁਖ 51 ਪਾਠ ਵੀ ਕਰ ਲੈਂਦੇ ਜਪਜੀ ਸਾਹਿਬ ਦੇ ਦਿਨ। ਤਤਵੇਤਾ ਮਹਾਂਪੁਰਸ਼ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ ਜੈਸੇ ਮਹਾਤਮਾ, ਜਿਹੜੇ ਅਣਗਿਣਤੀ ਪਾਠ ਰੋਜ਼ਾਨਾ ਜਪਜੀ ਸਾਹਿਬ ਦੇ ਕਰਿਆ ਕਰਦੇ। ਵਰਤਮਾਨ ਸਮੇਂ ਵਿੱਚ ਵੀ ਬਹੁਤ ਸਾਰੇ ਗੁਰਸਿੱਖਾਂ ਦਾ ਸੁਭਾਅ ਹੈ, ਉਹ ਆਪਣੇ ਦਿਨ ਦਾ ਸਮਾਂ ਜਾਈ ਨਹੀਂ ਜਾਣ ਦਿੰਦੇ। ਜਦੋਂ ਵੇਲਾ ਬਣਦਾ ਉਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਨ, ਔਰ ਦਿਨ 'ਚ 21 ਪਾਠ, ਕੋਈ 25 ਪਾਠ, ਕੋਈ 31 ਪਾਠ, ਏਦਾਂ ਗਿਣਤੀ ਮਿਣਤੀ ਨਹੀਂ ਹੁੰਦੀ। ਚਲੋ ਬਹਾਨੇ ਨਾਲ ਜੇ ਬੰਦਾ ਠਾਣ ਲਵੇ ਵੀ ਮੈਂ 21 ਪਾਠ ਕਰਨੇ ਆ ਤਾਂ ਉਹ ਸਬੱਬੀ ਹੋ ਜਾਂਦੇ ਆ। ਉਦਾਂ ਬੰਦਾ ਆਲਸੀ ਹੋ ਜਾਂਦਾ। ਜੇ ਬੰਦੇ ਨੇ ਮਿੱਥੇ ਹੋਣ ਵੀ ਕਰਨੇ ਨੇ ਤੇ ਫਿਰ ਕਰਨੇ ਹੀ ਕਰਨੇ ਹੁੰਦੇ ਆ। ਏਦਾਂ ਵਿਧਾਨ ਬਣ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਗੁਜਰ ਲੁਹਾਰ ਜੀ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਰੋਜ਼। ਜਿੰਨੇ ਪਾਠ ਹੋ ਸਕਣ ਰੋਜ਼ਾਨਾ ਓਨੇ ਹੀ ਕਰਿਆ ਕਰੋ। ਪਟਤ ਰਹੋ ਦੀਰਘ ਫਲ ਪਾਏ। ਜਦੋਂ ਜਪਜੀ ਸਾਹਿਬ ਦੀ ਬਾਣੀ ਪੜੋਗੇ ਤੁਹਾਨੂੰ ਦੀਰਘ ਫਲ ਦੀ ਪ੍ਰਾਪਤੀ ਹੋਵੇਗੀ, ਵੱਡੇ ਫਲ ਦੀ ਪ੍ਰਾਪਤੀ ਹੋਵੇਗੀ। ਭਿਖੋ ਗਰੀਬ ਕਾਜ ਕਰ ਦੀਜੈ। ਫਿਰ ਜਿੱਥੇ ਜਪਜੀ ਸਾਹਿਬ ਦਾ ਪਾਠ ਕਰਨਾ ਉੱਥੇ ਨਿਰਮਲ ਕਰਮ ਵੀ ਕਰਨੇ ਨੇ। ਨਿਰਮਲ ਕਰਮ ਕਿਵੇਂ? ਮਹਾਰਾਜ ਜੀ ਕਹਿੰਦੇ ਜਦੋਂ ਕਿਤੇ, ਦੁਬਾਰਾ ਪੜੋ ਜੀ, ਭਿਖੋ ਗਰੀਬ ਕਾਜ ਕਰ ਦੀਜੈ। ਜੇ ਕੋਈ ਗਰੀਬੜਾ ਨਿਮਾਣਾ ਤੁਹਾਡੇ ਕੋਲ ਆ ਗਿਆ, ਵੀ ਵੇਖਿਆ ਵੀ ਉਹਦੇ ਪੱਲੇ ਖੀਸੇ 'ਚ ਪੈਸੇ ਨਹੀਂ, ਪਰ ਉਹਨੇ ਕੋਈ ਕੰਮ ਕਰਾਉਣਾ, ਤਾਂ ਪਰਮੇਸ਼ਰ ਦੇ ਨਿਮਿਤ, ਗੁਰੂ ਦੇ ਨਿਮਿਤ ਉਹਦਾ ਕਾਰਜ ਕਰਨਾ ਹੈ। ਕਿਸੇ ਗਰੀਬ ਨੂੰ ਵੇਖ ਕੇ, ਨਿਮਾਣੇ ਨੂੰ ਵੇਖ ਕੇ ਜੋ ਆ ਗਿਆ ਹੈ ਤੇਰੇ ਪਾਸ, ਤੂੰ ਲੋਹੇ ਦਾ ਕੰਮ ਕਰਦਾ ਪਰ ਉਹਦੇ ਕੋਲ ਖੀਸੇ 'ਚ ਪੈਸੇ ਨਹੀਂ, ਤੇ ਤੂੰ ਗੁਰੂ ਨਿਮਿਤ ਜਾਣ ਕੇ ਵੀ ਮੈਂ ਇਹ ਸੇਵਾ ਕਰਨੀ ਹੈ, ਇਹ ਭਾਵਨਾ ਨਾਲ ਉਹਦਾ ਕਾਰਜ ਕਰਨਾ। ਨੈ ਤਿਸ ਨਿਕਟ ਮਜੂਰੀ ਲੀਜੈ। ਉਹਦੇ ਕੋਲੋਂ ਮਜ਼ਦੂਰੀ ਨਹੀਂ ਲੈਣੀ। ਮਹਾਰਾਜ ਜੀ ਕਹਿੰਦੇ ਕਿਸੇ ਗਰੀਬ ਦਾ ਕੰਮ ਵੇਖ ਕੇ ਕਰ ਦੇਣਾ, ਔਰ ਬਦਲੇ 'ਚ ਉਹਦੇ ਕੋਲੋਂ ਮਜ਼ਦੂਰੀ ਨਹੀਂ ਲੈਣੀ, ਔਰ ਇਹ ਭਾਵਨਾ ਨਾਲ ਕੰਮ ਕਰਨਾ ਵੀ ਇਹ ਸੇਵਾ ਮੈਂ ਗੁਰੂ ਨਿਮਿਤ ਕੀਤੀ ਹੈ ਤੇ ਉਹ ਸੇਵਾ ਸਾਡੀ ਦਾ ਹੀ ਤੈਨੂੰ ਫਲ ਮਿਲੇਗਾ। ਇਹਨੇ ਆਖਿਆ ਨਾ ਜੀ ਮੈਂ ਤੁਹਾਡੇ ਕੋਲ ਆ ਕੇ ਸੇਵਾ ਨਹੀਂ ਕਰ ਸਕਦਾ। ਮਹਾਰਾਜ ਜੀ ਕਹਿੰਦੇ ਗੁਰੂ ਨਿਮਿਤ ਕਿਸੇ ਗਰੀਬ ਦਾ ਕੰਮ ਕਰ ਦੇਈਂ, ਬਦਲੇ 'ਚ ਮਜ਼ਦੂਰੀ ਨਾ ਲਵੇਂ, ਤਾਂ ਭਾਈ ਸਮਝ ਲੈ ਕਿ ਉਹ ਸਾਡੀ ਸੇਵਾ ਹੀ ਹੋ ਗਈ। ਉਹ ਸਾਡੀ ਸੇਵਾ ਜਿੰਨਾ ਫਾਲੀ ਤੈਨੂੰ ਪ੍ਰਾਪਤ ਹੋ ਜਾਵੇਗਾ। ਜਪ ਜੀ ਅਰਥ ਵਿਚਾਰਨ ਕਰੋ। ਜਦੋਂ ਸਮਾਂ ਬਣੇ ਇਕਾਂਤ ਵਿੱਚ ਬਹਿ ਕੇ ਜਪਜੀ ਸਾਹਿਬ ਦੇ ਅਰਥਾਂ ਦੀ ਵਿਚਾਰ ਕਰਨੀ ਹੈ। ਜਦੋਂ ਜਪਜੀ ਸਾਹਿਬ ਪੜ੍ਹਨੇ ਨੇ, ਪਹਿਲਾਂ ਬਾਣੀ ਪੜ੍ਹਨੀ ਹੈ, ਪੜ੍ਹਦਿਆਂ ਜਦੋਂ ਬਾਣੀ ਵਿੱਚ ਸੁਰਤ ਲੱਗਣ ਲੱਗ ਪਵੇ ਨਾ, ਫਿਰ ਉਹਨਾਂ ਨੂੰ ਵਿਚਾਰਨਾ ਜਪਜੀ ਸਾਹਿਬ ਨੂੰ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀ ਹੁਕਮ ਕੀਤਾ, ਬਾਣੀ ਦੁਆਰਾ ਕੀ ਉਪਦੇਸ਼ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ ਥਿਤ ਹੋ ਕੇ ਪਿਆਰ ਨਾਲ ਬਹਿ ਕੇ ਫਿਰ ਜਪਜੀ ਸਾਹਿਬ ਦੇ ਅਰਥਾਂ ਨੂੰ ਵਿਚਾਰਨਾ। ਸਵਾਸ ਸਵਾਸ ਅੰਤਰ ਨਿਤ ਤਰੋ। ਔਰ ਜਿਹੜੀ ਵਿਚਾਰ ਕੀਤੀ ਆ, ਹਰ ਸਵਾਸ ਨਾਲ ਉਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ, ਆਪਣੇ ਅੰਦਰ ਵਸਾ ਕੇ ਉਹਦੇ ਮੁਤਾਬਕ ਚੱਲਣਾ। ਗੁਰੂ ਨਿਮਿਤ ਕਰੋ ਜੁਤ ਪ੍ਰੀਤ। ਇਹ ਸਭ ਕੁਝ ਗੁਰੂ ਨਿਮਿਤ ਕਰਨਾ ਪ੍ਰੇਮ ਸਹਿਤ। ਅਨਾਥਨ ਕੋ ਕਰੀਏ ਬਹੁਮਾਨ, ਤੇ ਉਦਰਨ ਕੀ ਰੀਤ ਪਛਾਨ। ਸਾਧ ਅਭਿਆਗਤ ਕੀ ਜੋ ਸੇਵਾ, ਦੁਖੀਏ ਕੋ ਕਾਰਜ ਲਖ ਭੇਵਾ। ਦੁਖੀਏ ਕੋ ਕਾਰਜ ਲਖ ਲੇਵਾ। ਕਹਿੰਦੇ ਸਾਰੇ ਭਲੇ ਕਰਮ ਕਰਨੇ ਐ। ਕੋਈ ਅਨਾਥ ਆਵੇ ਉਹਦਾ ਸਨਮਾਨ ਕਰਨਾ ਹੈ, ਔਰ ਇਹ ਉਦਰਨ ਦੀ ਰੀਤ ਹੈ ਕਿ ਸਾਧੂ ਆ ਜਾਏ, ਕੋਈ ਅਭਿਆਗਤ ਆ ਜਾਵੇ, ਉਹਦੀ ਸੇਵਾ ਕਰਨੀ ਹੈ, ਦੁਖੀ ਦਾ ਕਾਰਜ ਕਰਨ ਦਾ ਯਤਨ ਕਰਨਾ ਹੈ। ਜਦੋਂ ਗੁਰੂ ਦੇ ਨਿਮਿਤ ਸਾਰਾ ਕੁਝ ਕਰੋਗੇ। ਦਇਆ ਕਰੋ ਦੀਨਨ ਪਰਨੀਤ। ਔਰ ਜਿਹੜੇ ਦੀਨ ਨੇ, ਗਰੀਬ ਨੇ, ਉਹਨਾਂ ਉੱਤੇ ਦਇਆ ਕਰਨੀ ਹੈ। ਜੋ ਆਪਣੀ ਕਛ ਕਰੋ ਕਮਾਈ। ਔਰ ਜਿਹੜੀ ਤੁਸੀਂ ਆਪਣੀ ਕਮਾਈ ਕਰਦੇ ਹੋ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਹੋ, ਗੁਰ ਹਿਤ ਇਹੋ ਦਸਵੰਦ ਬਨਾਈ। ਉਸ ਕਮਾਈ ਵਿੱਚੋਂ 10ਵਾਂ ਹਿੱਸਾ ਦਸਵੰਦ ਦਾ ਗੁਰੂ ਨਿਮਿਤ ਕੱਢਣਾ ਹੈ।
ਜੇ 10 ਰੁਪਏ ਕਮਾਏ ਨੇ ਤੇ 10 ਰੁਪਏ ਵਿੱਚੋਂ ਰੁਪਈਆ ਗੁਰੂ ਸਾਹਿਬ ਜੀ ਦੇ ਨਿਮਿਤ ਹੈ। ਜੇ 100 ਕਮਾਇਆ ਤੇ 100 ਵਿੱਚੋਂ 10 ਰੁਪਏ ਗੁਰੂ ਨਿਮਿਤ ਹਨ। ਤੇ ਜੇ ਕੋਈ ਆਖੇ ਵੀ ਮੈਂ 1 ਕਰੋੜ ਰੁਪਈਆ ਕਮਾਉਣਾ ਤੇ ਕਰੋੜ ਰੁਪਈਏ ਵਿੱਚੋਂ ਲੱਖ ਰੁਪਈਆ ਗੁਰੂ ਦਾ ਦਸਵੰਧ ਕੱਢਦਾ। ਦੂਜਾ ਕਹੇ ਮੈਂ 1000 ਰੁਪਈਆ ਕਮਾਉਣਾ ਤੇ 1000 ਚੋਂ 100 ਰੁਪਈਆ ਗੁਰੂ ਦਾ ਦਸਵੰਧ ਕੱਢਦਾ। ਹੁਣ ਲੱਖ ਰੁਪਈਆ ਦਸਵੰਧ ਕੱਢਣ ਵਾਲਾ ਕਵੇ ਮੇਰਾ ਗੁਰੂ ਦੇ ਗੋਲਕ ਵਿੱਚ ਵੱਧ ਗਿਆ ਦਸਵੰਧ, ਮੇਰੇ ਤੇ ਗੁਰੂ ਦੀ ਵੱਧ ਕਿਰਪਾ ਹੋਵੇਗੀ। ਤੇ 100 ਰੁਪਈਆ ਦਸਵੰਧ ਕੱਢਣ ਵਾਲਾ ਆਖੇ ਵੀ ਮੇਰਾ ਘਟ ਗਿਆ, ਸ਼ਾਇਦ ਮੇਰੇ ਤੇ ਘਟ ਕਿਰਪਾ ਹੋਵੇਗੀ। ऐसा नहीं है, जितनी दया उस लाख रुपए वाले ते है उतनी एक कौडी भेंट करने वाले ते भी है। गुरु साहब जी ने तो 10वां हिस्सा वेखना भी कमाई चों 10वां हिस्सा कितना है। 10वां हिस्सा जे कोई 1000 कमाउंदा 100 रुपया ईमानदारी नाल महाराज जी दे दसवंध वास्ते भेंट करदा तां उहदे ते भी उन्नी किरपा उन्नी बख्शिश है, उहदे ते भी सतगुरां दी उन्नी दया वरतनी। महाराज जी कहते भाई जिहड़ी कमाई करते हो उस किरत कमाई दे विचों 10वां हिस्सा गुरु दे निमित्त कढना है। साधक सिख आए जो डेरे, तुहाडे घर कोई साधु आ जाए, कोई गुरु का सिख आ जाए, नाम जपण वाली रूह आ जावे, करो सेव तर प्रेम कनेरे। प्रेम सहित ओदी घर विच आए दी सेवा टहल करनी, उहनूं जल पानी छकाउणा, भोजन छकाउणा। कोई साधु आ जावे, कोई गुरु का सिख आ जावे, ओदी सेवा टहल विच अपना समा बतीत करना। सुनो उपदेश हृदय तन तारा, सतगुरु जी का यह उपदेश खालसा जी गुरसिखां विच एक दूजे प्रति प्रेम भाव सतगुरु पैदा कर रहे हैं कि गुरु का सिख गुरु के सिख नाल प्रीत करे, घर आए दा मान सन्मान करे, साझ बनावे गुरसिख नाल। महाराज सच्चे पातशाह जी ओहो जिहा उपदेश दे रहे ने। जे माता जीतो जी ने पतासे पाए सन ना खंडे दी पौल विच, तां पतासे पाउण दा मतलब ही ये सी कलगीधर पातशाह कहंदे अमृत भले समय चल के तू आई, अमृत मद मदराई पाई। जीतो जी बड़े चंगे समय चल के आए हो, बड़ा तेजस्वी वीर असी खंडे दी पौल सी, चिड़िया ने छकिया आपस में लड़ लड़ मोए, तुसी पतासे पा के पंथ विच एक दूजे प्रति प्रेम भर दिता है, इन्हां विच एक दूजे प्रति प्रेम भर दिता है। गुरसिख दा गुरसिख नाल ऐसा प्यार ते प्रेम होवे कि जिवें किसे सके संबंधी नाल हुंदा है। साहब सच्चे पातशाह जी महाराज उही साझ बनाना चाहुंदे, इस करके उपदेश महाराज जी ने भाई गुजर लोहार जी नूं दिता है। जिम गुर के करे तिम कारा, भाई गुजर लोहार जी गुरु का उपदेश लैके घर चले गए, जिवें सतगुरु जी कहंदे तिवें कार करन लगे। गृहस्थी भगत होते तिस ग्राम, जेड़े पिंड च रहिंदे सी भाई गुजर लोहार जी, उस नगर विच कई गृहस्थी सिख रहिंदे सी जेड़े प्रभु भगती दे रंग विच रंगे रहिंदे सन। तोमत दे कर तिनके नाम, की होया कि एक बार किसी ने झूठी तोहमत ला के, झूठा दोष ला के उन्हां भगतां नूं गै कर पायन पाए सुबेरी, उन्हां नूं फड़ के उन्हां दे पैरां हत्थां विच बेड़ियां पा दित्तियां, कारागृह में दीनस गेरी, और उन्हां नूं जेल च बंद कर दिता। झूठी तोहमत लाई, कोई कसूर नहीं सी उन्हां दा, किसी ने जान बुझ के झूठी चुगली करके उन्हां भगतां नूं उन्हां दे शरीर ते बेड़ियां पवा के उन्हां नूं जेल च बंद कर दिता। कितक दिवस होए प्रभु सहाय, कुछ दिनां विच वाहिगुरू ने, क्योंकि सच्चे दा आखिरकार परमात्मा जित कराउंदा ही है, अखीर नूं तां सच ही नितरदा है। अकाल पुरख वाहिगुरू ने विधाते ने उन्हां दी मदद कीती, जेड़े वो जेल च बंद सन उन्हां दी सहायता कीती। किस बिद ते दीनो निकसाए, किसे प्रकार उन्हां नूं उस कारागृह विचों उन्हां नूं बाहर कढ दिता। अर्ध रात में सो चले आए, अद्धी को रात दा समा
ਉਹ ਭਾਈ ਗੁੱਜਰ ਲੁਹਾਰ ਦੇ ਘਰ ਚੱਲ ਕੇ ਆਏ। ਸ਼੍ਰਿੰਖਲ ਤਿਨ ਕੇ ਪਾਇਨ ਪਾਏ। ਹੁਣ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ ਸੀ, ਬੇੜੀਆਂ ਹੱਥਾਂ ਵਿੱਚ ਵੀ ਪਾਈਆਂ। ਉਹ ਮਸਾਂ ਚੱਲ ਕੇ ਪਤਾ ਕਰਕੇ ਵੀ ਫਲਾਣੇ ਪਾਸੇ ਗੁੱਜਰ ਲੁਹਾਰ ਨਾਮ ਦਾ ਇੱਕ ਸਿੱਖ ਰਹਿੰਦਾ ਹੈ, ਉਹ ਲੋਹੇ ਦਾ ਕੰਮ ਕਰਦਾ, ਬੇੜੀਆਂ ਕੱਟ ਸਕਦਾ, ਉਹਦੇ ਕੋਲ ਚੱਲ ਕੇ ਆਏ। ਗੁੱਜਰ ਨਾਮ ਲੋਹਾਰ ਆਵਾਸ। ਭਾਈ ਗੁੱਜਰ ਨਾਮ ਦੇ ਲੋਹਾਰ ਦੇ ਘਰ ਆਏ ਕਿਉ ਤਿਨ ਇਸਕੇ ਪਾਸ। ਆਏ ਤੇ ਆ ਕੇ ਭਾਈ ਗੁੱਜਰ ਲੁਹਾਰ ਨੂੰ ਕਹਿਣ ਲੱਗੇ, ਪ੍ਰਭੂ ਨਮਿਤ ਦੇਵ ਬੰਧਨ ਕਾਟ। ਕਹਿਣ ਲੱਗੇ ਭਾਈ ਗੁੱਜਰ, ਤੈਨੂੰ ਰੱਬ ਦਾ ਵਾਸਤਾ ਹੈ, ਜਿਹੜੇ ਗੁਰੂ ਨੂੰ ਤੂੰ ਮੰਨਣਾ, ਤੈਨੂੰ ਤੇਰੇ ਉਸ ਗੁਰੂ ਦਾ ਵਾਸਤਾ ਹੈ। ਆ ਸਾਡੀਆਂ ਬੇੜੀਆਂ ਕੱਟ ਦੇ, ਸਾਡੇ ਬੰਧਨ ਕੱਟ ਦੇ। ਤੁਝ ਕੋ ਹੋਏ ਨਾ ਜਮ ਕੀ ਬਾਟ। ਤੂੰ ਸਾਡੀਆਂ ਬੇੜੀਆਂ ਕੱਟ ਕੇ ਸਾਨੂੰ ਮੁਕਤ ਕਰੇਗਾ ਤੇ ਤੈਨੂੰ ਜੰਮਾਂ ਦੀ ਫਾਈ ਨਹੀਂ ਪਵੇਗੀ, ਤੈਨੂੰ ਜੰਮਾਂ ਦੇ ਰਾਹ ਨਹੀਂ ਜਾਣਾ ਪਵੇਗਾ। ਸੁਨ ਕਰ ਸੁਖ ਚੇਉ ਹਿਰਦੇ ਬਿਸਾਲਾ। ਇੱਕ ਵਾਰੀ ਉਹਨਾਂ ਦੀ ਇਹ ਗੱਲ ਸੁਣ ਕੇ ਭਾਈ ਗੁੱਜਰ ਲੁਹਾਰ ਜੀ ਮਨ ਵਿੱਚ ਸੁਖਚੇ, ਮਨ ਵਿੱਚ ਉਹਨਾਂ ਨੇ ਕੁਝ ਸੰਕੋਚ ਕੀਤਾ, ਡਰੇ। ਜੇ ਮੁਝ ਜਾਨ ਲਏ ਮਈ ਪਾਲਾ। ਸੋਚਿਆ ਵੀ ਜੇ ਰਾਜੇ ਨੂੰ ਲੱਗ ਗਿਆ ਪਤਾ ਕਿ ਮੈਂ ਇਹਨਾਂ ਦੀਆਂ ਬੇੜੀਆਂ ਕੱਟੀਆਂ ਨੇ, ਗੈਲੇ ਹੈ ਸਗਰੂ ਪਰਵਾਰਾ। ਰਾਜਾ ਬੜਾ ਜਰਵਾਣਾ, ਉਹ ਤਾਂ ਮੇਰਾ ਸਾਰਾ ਟੱਬਰ ਫੜ ਲਏਗਾ, ਸਾਰਾ ਪਰਿਵਾਰ ਪਕੜ ਲਵੇਗਾ। ਜ਼ਾਲਮ ਬਡੂ ਕਰਾਵੇ ਮਾਰਾ। ਉਹ ਤਾਂ ਬੜਾ ਜ਼ਾਲਮ ਹੈ, ਬੜੀ ਮਾਰ ਕਰਾਵੇਗਾ, ਬੜੇ ਦੁੱਖ ਦੇਵੇਗਾ। ਤਰਾਸ ਪਾਏ ਕਰ ਬਹੁਰ ਵਿਚਾਰਾ। ਮਨ 'ਚ ਡਰਿਆ ਵੀ ਜੇ ਇਹਨਾਂ ਦੀਆਂ ਬੇੜੀਆਂ ਕੱਟੀਆਂ ਤੇ ਰਾਜਾ ਦੁੱਖ ਦੇਵੇਗਾ, ਔਖਾ ਹੋ ਜਾਏਗਾ। ਫਿਰ ਮਨ 'ਚ ਸੋਚਿਆ, ਵਿਚਾਰ ਕੀਤੀ, ਗੁਰ ਮੁਝ ਪ੍ਰਤ ਉਪਦੇਸ਼ ਉਚਾਰਾ। ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮੈਨੂੰ ਇਹ ਪਵਿੱਤਰ ਉਪਦੇਸ਼ ਦਿੱਤਾ ਹੈ, ਪ੍ਰਭੂ ਨਮਿਤ ਕਾਰਜ ਕਰ ਦੀਜੈ। ਕਿ ਜੇ ਕੋਈ ਲੋੜਵੰਦ ਆ ਜਾਏ ਤੇਰੇ ਪਾਸ ਤਾਂ ਪਰਮੇਸ਼ਰ ਦੇ ਨਮੇਤੋਂ ਦਾ ਕਾਰਜ ਕਰ ਦੇ, ਪ੍ਰਭੂ ਦੇ ਨਮੇਤੋਂ ਦਾ ਕਾਰਜ ਕਰ ਦੇਵੇ। ਨਹੀਂ ਬਿਲੰਬ ਕਿਸੀ ਬਿਦ ਕੀਜੈ। ਔਰ ਇਸ ਭਲੇ ਕਾਰਜ ਨੂੰ ਕਰਨ ਵਿੱਚ ਦੇਰੀ ਨਹੀਂ ਲਾਉਣੀ। ਸਾਹਿਬ ਜੀ ਦੇ ਬਚਨ ਨੇ ਗੁਰਬਾਣੀ ਦੇ, ਨਹਿ ਬਿਲੰਬ ਧਰਮੰ। ਜੇ ਕੋਈ ਧਰਮ ਦਾ ਕੰਮ ਕਰਨਾ ਹੈ ਉਦੋਂ ਦੇਰੀ ਨਹੀਂ ਕਰਨੀ। ਪਾਪ ਕਰਨ ਦਾ ਮਨ ਕਰੇ ਉਦੋਂ ਲੱਖ ਵੇਰੀ ਦੇਰੀ ਕਰੋ, ਟਾਲੋ ਉਹਨੂੰ ਵੀ ਟਲ ਜਾਏ। ਪਰ ਜਦੋਂ ਕੋਈ ਧਰਮ ਦਾ ਕੰਮ ਕਰਨਾ ਉਹਦੇ ਵਿੱਚ ਬਿਲੰਬ ਨਹੀਂ ਹੋਣਾ ਚਾਹੀਦਾ, ਦੇਰੀ ਨਹੀਂ ਹੋਣੀ ਚਾਹੀਦੀ, ਉਦੋਂ ਹੀ ਕਰ ਦਿਓ। ਖਬਰੇ ਦੁਬਾਰਾ ਸਬੱਬ ਬਣੇ ਕਿ ਨਾ ਬਣੇ, ਦੁਬਾਰਾ ਮੌਕਾ ਮਿਲੇ ਕਿ ਨਾ ਮਿਲੇ। ਰਾਜੇ ਦਸ਼ਰਥ ਨੇ ਆਖਿਆ ਮੈਂ ਆਪਣੇ ਪੁੱਤਰ ਸ਼੍ਰੀ ਰਾਮਚੰਦਰ ਜੀ ਨੂੰ ਰਾਜ ਦੇਣਾ। ਵਿਚਾਰ ਕੀਤੀ, ਆਪਣੇ ਮੰਤਰੀਆਂ ਨੂੰ ਸੱਦ ਕੇ ਉਹ ਕਹਿੰਦੇ ਜੀ ਹੁਣੇ ਅੱਜ ਹੀ ਦੇ ਦਿਓ, ਇਹਦੇ ਤੋਂ ਵਧੀਆ ਰਾਜਾ ਕਿਹੜਾ ਮਿਲੇਗਾ। ਫਿਰ ਕਹਿੰਦਾ ਚਲੋ ਮਹੂਰਤ ਸੁਧਾ ਲਵਾਂ। ਆਪਣੇ ਕੁਲ ਗੁਰੂ ਵਸ਼ਿਸ਼ਟ ਜੀ ਨੂੰ ਜਾ ਕੇ ਪੁੱਛਿਆ, ਵਸ਼ਿਸ਼ਟ ਜੀ ਤੁਸੀਂ ਕੋਈ ਦਿਨ ਥਿਤ ਦੱਸੋ ਵੀ ਜਦੋਂ ਮੈਂ ਆਪਣੇ ਪੁੱਤਰ ਨੂੰ ਰਾਜ ਦੇਵਾਂ। ਵਸ਼ਿਸ਼ਟ ਜੀ ਨੇ ਆਖਿਆ ਵੀ ਜਿਸ ਸਮੇਂ ਰਾਜ ਦੇਗਾ, ਜਿਸ ਵੇਲੇ ਰਾਜ ਦੇਗਾ, ਉਸੇ ਵੇਲੇ ਹੀ ਸ਼ੁਭ ਘੜੀ ਆ, ਸ਼ੁਭ ਤਿਥ ਹੈ, ਉਹ ਅੱਜ ਹੀ ਆ, ਅੱਜ ਹੀ ਦੇ ਦੇ। ਇਹਦੇ ਵਾਸਤੇ ਕੀ ਮਹੂਰਤ ਸੁਧਾਉਣਾ, ਭਲਾ ਕੰਮ ਹੈ। ਤੇ ਦਸ਼ਰਥ ਨੇ ਆਖਿਆ ਚਲੋ ਕੱਲ ਨੂੰ ਦਿਆਂਗਾ ਰਾਜ। ਘਰ ਗਿਆ, ਕੇਕਈ ਨੇ ਵਰ ਮੰਗ ਲਿਆ ਵੀ 14 ਸਾਲਾਂ ਦਾ ਬਨਵਾਸ ਦੇ ਔਰ ਮੇਰੇ ਪੁੱਤਰ ਨੂੰ ਰਾਜ ਦੇ। ਉਹ ਕੱਲ, ਜਿਸ ਕੱਲ ਨੂੰ ਰਾਜ ਦੇਣਾ ਸੀ ਆਪਣੇ ਪੁੱਤਰ ਨੂੰ, ਉਹ ਕੱਲ ਰਾਜੇ ਦਸ਼ਰਥ ਦੀ ਜ਼ਿੰਦਗੀ 'ਚ ਮੁੜ ਕੇ ਨਹੀਂ ਆਈ। ਭਲਾ ਕਰਮ ਕਰਨ ਵਾਸਤੇ ਜਦੋਂ ਅਸੀਂ ਕਹੀਏ ਵੀ ਕੱਲ ਕਰਾਂਗੇ, ਭਾਈ ਕਿਆ ਜਾਣੀਏ ਕੱਲ ਆਵੇ ਕਿ ਨਾ ਆਵੇ। ਭਲੇ ਕਰਮ ਵਾਸਤੇ ਦੇਰੀ ਨਹੀਂ ਕਰਨੀ। ਭਾਈ ਸਾਹਿਬ ਭਾਈ ਗੁੱਜਰ ਲੁਹਾਰ ਜੀ ਨੇ ਮਨ 'ਚ ਵਿਚਾਰ ਕੀਤੀ ਵੀ ਗੁਰਦੇਵ ਦਾ ਹੁਕਮ ਹੈ ਨਹੀਂ ਬਿਲੰਬ ਕਿਸੀ ਬਿਦ ਕੀਜੈ, ਕਿ ਜਦੋਂ ਕੋਈ ਭਲਾ ਕਰਮ ਕਰਨ ਦੀ ਗੱਲ ਆਵੇ ਉਸ ਨੂੰ ਕਰਨ ਵੇਲੇ ਬਿਲੰਬ ਨਹੀਂ ਕਰਨਾ, ਦੇਰੀ ਨਹੀਂ ਕਰਨੀ। ਸੋ ਨੈ ਛੋਡੋ
ਹੋਏ ਸੋ ਹੋਏ। ਇਹੋ ਜਿਹਾ ਇਹ ਭਲਾ ਕਰਮ ਹੁਣ ਮਿਲ ਰਿਹਾ ਕਿਸੇ ਦੀਆਂ ਬੇੜੀਆਂ। ਨਾਲੇ ਪਤਾ ਸੀ ਵੀ ਇਹ ਬੇਨੱਕੇ ਫੜੇ ਗਏ ਸਨ, ਇਹਨਾਂ ਤੇ ਝੂਠੀ ਕਿਸੇ ਨੇ ਤੋਹਮਤ ਦੂਸ਼ਣਬਾਜ਼ੀ ਲਾਈ ਸੀ। ਉਸ ਵਕਤ ਭਲਾ ਜਾਣਦਿਆਂ ਹੋਇਆ ਇਹ ਕੰਮ ਕਰਨ ਲੱਗੇ। ਸੰਤ ਕਈ ਲੋਕਨ ਸੁਖ ਦੋਏ। ਕਹਿੰਦੇ ਭਾਈ ਇਹੋ ਜਿਹਾ ਚੰਗਾ ਕੰਮ ਕਰਨ ਨੂੰ ਮਿਲੇ ਤੇ ਛੱਡਣਾ ਨਹੀਂ ਚਾਹੀਦਾ। ਮਹਾਂਪੁਰਸ਼ ਸਾਧੂ ਕਹਿੰਦੇ ਆ ਜੇ ਕੋਈ ਭਲਾ ਕਰਮ ਕਰੀਏ ਤੇ ਉਹ ਭਲਾ ਕਰਮ ਦੋਹਾਂ ਜਹਾਨਾਂ 'ਚ ਸੁਖ ਦਿੰਦਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਇਮ ਵਿਚਾਰ ਕਰ ਬਿਲਮ ਨਕੀਨ। ਏਦਾਂ ਵਿਚਾਰ ਕਰਕੇ ਭਾਈ ਗੁੱਜਰ ਲੁਹਾਰ ਨੇ ਦੇਰੀ ਨਹੀਂ ਕੀਤੀ। ਬੜਾ ਵੱਡਾ ਹੌਸਲੇ ਦਾ ਕੰਮ ਸੀ ਇਹ। ਔਖਾ ਹੁੰਦਾ, ਪਾਣੀ ਤੱਕ ਨਹੀਂ ਪਿਆਉਂਦੇ ਸਰਕਾਰ ਦੇ ਬਾਗੀਆਂ ਨੂੰ, ਇੱਥੇ ਤਾਂ ਬੇੜੀਆਂ ਕੱਟਣੀਆਂ ਸੀ। ਬੜਾ ਔਖਾ ਕੰਮ ਸੀ। ਪਰਵਾਹ ਨਹੀਂ ਕੀਤੀ ਵੀ ਰਾਜਾ ਕੀ ਕਹੇਗਾ। ਆਖਿਆ ਮੇਰੇ ਗੁਰੂ ਦਾ ਹੁਕਮ ਹੈ ਵੀ ਭਲਾ ਕਰਨਾ। ਤਾਂ ਉਸੇ ਵਕਤ ਉਹਨਾਂ ਦੀਆਂ ਬੇੜੀਆਂ ਕੱਟਣ ਵਾਸਤੇ ਤਤਪਰ ਹੋ ਗਏ ਤੇ ਬੇੜੀਆਂ ਕੱਟਣ ਲੱਗੇ। ਉਠ ਤਤਕਾਲ ਕਾਟ ਕਰ ਦੀਨ। ਤਾਤਕਾਲ ਲੁਹਾਰ ਸਨ, ਲੋਹੇ ਦਾ ਕੰਮ ਕਰਦੇ। ਬੇੜੀ ਕੱਟਣੀ ਕਿਹੜਾ ਔਖੀ ਸੀ। ਉਸੇ ਵੇਲੇ ਉਹਨਾਂ ਜਿਹੜੇ ਉਹ ਬੇਕਸੂਰ ਫੜੇ ਹੋਏ ਬੇੜੀਆਂ 'ਚ ਜਕੜੇ ਹੋਏ ਸਨ, ਉਹਨਾਂ ਦੀਆਂ ਬੇੜੀਆਂ ਕੱਟ ਦਿੱਤੀਆਂ ਭਾਈ ਗੁੱਜਰ ਲੁਹਾਰ ਨੇ। ਆਸ਼ਿਕ ਦੇਤ ਗਏ ਨਿਜ ਦੇਸ਼। ਉਹ ਭਗਤ ਸੀ, ਉਹ ਵੀ ਬੰਦਗੀ ਵਾਲੀਆਂ ਰੂਹਾਂ ਸਨ। ਉਹਨਾਂ ਨੇ ਅਸੀਸਾਂ ਦਿੱਤੀਆਂ। ਆਖਿਆ ਭਾਈ ਗੁੱਜਰ ਤੇਰੇ ਤੇ ਪਰਮੇਸ਼ਰ ਦੀ ਦਇਆ ਵਰਤੇ, ਤੇਰੇ ਅੰਦਰ ਨਿਰੰਕਾਰ ਦੇ ਘਰ ਦੀ ਸੋਝੀ ਆਵੇ, ਤੇਰਾ ਜੀਵਨ ਸਫਲ ਹੋਵੇ, ਤੇਰਾ ਲੋਕ ਸੁਖੀਆ ਪਰਲੋਕ ਸੁਹੇਲਾ ਹੋਵੇ। ਇਹੋ ਜੀਆਂ ਅਸੀਸਾਂ ਦਿੱਤੀਆਂ ਜਿਹੜੀਆਂ ਅਸੀਸਾਂ ਮਹਾਰਾਜ ਜੀ ਕਹਿੰਦੇ ਸਭ ਰੱਬ ਦੇ ਪਿਆਰਿਆਂ ਕੋਲੋਂ ਮੰਗਣੀਆਂ ਚਾਹੀਏ। ਦੇਹ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ, ਮਰ ਕੇ ਹੀ ਨਹੀਂ ਮੇਲ ਹੁੰਦਾ, ਜਿਉਂਦਿਆਂ ਜੀ ਮੇਲ ਵੀ ਹੋ ਜਾਂਦਾ ਹੈ। ਤੋ ਇਹੋ ਜੀਆਂ ਅਸੀਸਾਂ ਉਹਨਾਂ ਮਹਾਂਪੁਰਸ਼ਾਂ ਨੇ ਦਿੱਤੀਆਂ ਤੇ ਆਪਣੇ ਦੇਸ਼ ਚਲੇ ਗਏ। ਉਪਜੇ ਇਸ ਕੇ ਗਿਆਨ ਵਿਸ਼ੇਸ਼। ਗੁਰੂ ਸਾਹਿਬ ਜੀ ਦੇ ਬਚਨ ਕਮਾਏ ਭਾਈ ਗੁੱਜਰ ਲੁਹਾਰ ਨੇ। ਕਹਿੰਦੇ ਜਦੋਂ ਉਹਨਾਂ ਨੇ ਇਹਨੂੰ ਅਸੀਸ ਦਿੱਤੀ, ਇਧਰੋਂ ਗੁਰੂ ਸਾਹਿਬ ਜੀ ਦੀ ਕਲਾ ਵਰਤ ਗਈ। ਉਸੇ ਵਕਤ ਹੀ ਹਿਰਦੇ ਵਿੱਚ ਆਤਮ ਗਿਆਨ ਦਾ ਪ੍ਰਕਾਸ਼ ਹੋ ਗਿਆ। ਉਪਜੋ ਇਸ ਕੇ ਗਿਆਨ ਵਿਸ਼ੇਸ਼। ਹਿਰਦੇ ਵਿੱਚ ਆਤਮ ਗਿਆਨ ਦੀ ਸੋਝੀ ਪ੍ਰਗਟ ਹੋ ਆਈ। ਇਕ ਨਾਈ ਤਿੰਗਾ ਚਲ ਆਇਓ। ਕਿਉਂ ਭਾਈ ਗੁੱਜਰ ਲੁਹਾਰ ਜੀ ਜੀਵਨ ਮੁਕਤ ਹੋ ਗਏ। ਇਸੇ ਤਰ੍ਹਾਂ ਨਾਈ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਇੱਕ ਗੁਰੂ ਘਰ ਦੇ ਸਤਿਗੁਰਾਂ ਦੇ ਪਿਆਰੇ ਸੇਵਕ ਨੇ ਭਾਈ ਧਿੰਗਾ ਜੀ। ਭਾਈ ਧਿੰਗਾ ਨਾਈ ਜੀ ਚੱਲ ਕੇ ਆਏ। ਸ੍ਰੀ ਅੰਗਦ ਪਗ ਸੀਸ ਨਿਵਾਇਓ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਆ ਕੇ ਭਾਈ ਧਿੰਗਾ ਜੀ ਨੇ ਨਮਸਕਾਰ ਕੀਤੀ। ਬੈਠ ਗਏ ਓਟਿਗ ਸਿੱਖ ਗਨਹੀਰੇ। ਸਤਿਗੁਰਾਂ ਦੇ ਪਾਸ ਬੈਠ ਗਏ। ਬਹੁਤ ਸਾਰੇ ਗੁਰੂ ਕੇ ਸਿੱਖ ਸਾਹਿਬ ਜੀ ਦੇ ਚਾਰੇ ਪਾਸੇ ਬੈਠੇ ਹਨ। ਕਰੇ ਪਰਸ ਪਰ ਸੇਵਕ ਨੇਰੇ। ਸਭ ਸਿੱਖ ਸੇਵਾ ਵਿੱਚ ਲੱਗੇ ਹੋਏ। ਸੇਵਕ ਸਿੱਖ ਜਿੰਨੇ ਨੇ ਇੱਕ ਦੂਜੇ ਦੀ ਸੇਵਾ ਵੀ ਕਰਦੇ। ਜੇ ਕੋਈ ਦੂਰੋਂ ਮੁਸਾਫਰ ਚੱਲ ਕੇ ਸਫ਼ਰ ਵਿੱਚ ਆਉਂਦਾ ਤਾਂ ਸਿੱਖ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦੇ। ਗਰਮ ਪਾਣੀ ਲਿਆ ਕੇ ਉਹਨਾਂ ਦੇ ਚਰਨ ਧਵਾਉਂਦੇ ਕਿ ਰਾਹ ਦਾ ਥਕੇਵਾਂ ਲੱਥ ਜਾਏ। ਇੱਕ ਦੂਜੇ ਨੂੰ ਪੱਖਾ ਝੱਲਣ ਦੀ ਸੇਵਾ, ਇਹ ਸੇਵਾਵਾਂ ਗੁਰਸਿੱਖ ਉੱਥੇ ਕਰਦੇ ਵੇਖੇ। ਤਿਨ ਮੈਂ ਮਿਲ ਸੇਵਾ ਕੋ ਲਾਗਿਓ। ਕੋਈ ਲੰਗਰ ਪਕਾ ਰਿਹਾ, ਕੋਈ ਬਰਤਨ ਮਾਂਜ ਰਿਹਾ, ਅਨੇਕ ਪ੍ਰਕਾਰ ਦੀਆਂ ਸੇਵਾਵਾਂ ਹੁੰਦੀਆਂ ਗੁਰੂ ਘਰ ਵਿੱਚ। ਭਾਈ ਧਿੰਗਾ ਨਾਈ ਜੀ ਉੱਥੇ ਉਹਨਾਂ ਸਾਰੇ ਸੇਵਾਦਾਰਾਂ ਵਿੱਚ ਰਲ ਕੇ ਸੇਵਾ ਕਰਨ ਲੱਗ ਪਏ। ਉੱਥੇ ਹੀ ਸੇਵਾ ਵਿੱਚ ਜੁੜ ਗਏ। ਭਲੀ ਜਾਨ ਕਰ ਔਰ ਅਨੁਰਾਗਿਓ। ਭਲੀ ਸੇਵਾ ਜਾਣ ਕੇ ਵੀ ਗੁਰੂ ਕੀ ਸੇਵਾ ਦੁਨੀਆ ਦੀਆਂ ਸਾਰੀਆਂ ਸੇਵਾਵਾਂ ਤੋਂ ਉੱਤਮ ਸੇਵਾ। ਇਹ ਦੁਨੀਆ ਦੇ ਸਾਰੇ ਤਪਾਂ ਚੋਂ ਸ਼੍ਰੋਮਣੀ ਤਪ ਹੈ। ਇਹ ਜਾਣ ਕੇ ਭਾਈ ਧਿੰਗਾ ਜੀ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸੇਵਾ 'ਚ ਲੱਗ ਗਏ। ਤਪਤ ਨੀਰ ਕਰਵਾਏ ਇਸ਼ਨਾਨ। ਜਦੋਂ ਕਿਤੇ ਸਰਦੀਆਂ ਦੇ ਦਿਨ ਹੁੰਦੇ, ਸੁਬਾਹ ਅੰਮ੍ਰਿਤ ਵੇਲੇ ਉੱਠ ਕੇ ਪਾਣੀ ਗਰਮ ਕਰਦੇ, ਪਾਣੀ ਦੀ ਠਾਰੀ ਭੰਨਦੇ। ਤਾਜ਼ੇ ਪਾਣੀ ਘੱਟ ਮਿਲਦੇ ਸਨ ਤਾਂ ਪਾਣੀ ਭਰ ਕੇ ਰੱਖ ਲਿਆ ਕਰਦੇ ਤੇ ਉਹਨਾਂ ਦੀ ਠਾਰੀ ਭੰਨ ਕੇ
ਉਸ ਜਲ ਨਾਲ ਸੰਗਤ ਦਾ ਇਸ਼ਨਾਨ ਕਰਾਉਂਦੇ। ਵਸਤਰ ਪਖਾਰੇ ਮਲ ਕਰਹਾਨ। ਜਿਹੜੇ ਗੁਰਸਿੱਖ ਦੂਰੋਂ ਦਰੇਡਿਓਂ ਦਰਸ਼ਨਾਂ ਨੂੰ ਆਉਂਦੇ ਐ ਉਹਨਾਂ ਦੇ ਵਸਤਰ ਧੋਣ ਦੀ ਸੇਵਾ। ਵਸਤਰ ਲੈ ਲੈਣੇ, ਉਹਨਾਂ ਦੇ ਵਸਤਰ ਧੋ ਕੇ ਉਹਦੀ ਮੈਲ ਨਿਰਵਿਰਤ ਕਰਨੀ। ਚਰਨ ਚਾਪ ਹਾਕਤ ਹੈ ਬਾਯੂ। ਫਿਰ ਗੁਰਸਿੱਖਾਂ ਦੇ ਚਰਨ ਘੁੱਟਣੇ। ਜਿਹੜੇ ਸਫ਼ਰ ਚੋਂ ਆਉਣੇ ਸਿੱਖ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ। ਭਾਈ ਗੁਰਦਾਸ ਜੀ ਨੇ ਬੜਾ ਵੱਡਾ ਫਲ ਦੱਸਿਆ ਹੈ ਕਿ ਭਾਈ ਗੁਰੂ ਕੇ ਸਿੱਖਾਂ ਦੀ ਸੇਵਾ ਦਾ ਕਿੱਡਾ ਵੱਡਾ ਫਲ ਹੈ। ਕਿਸੇ ਗੁਰਸਿੱਖ ਨੂੰ ਪਾਣੀ ਦਾ ਕਟੋਰਾ ਭਰ ਕੇ ਪਿਆ ਦਿਓ, ਇੱਕ ਜਲ ਦਾ ਗਲਾਸ, ਕਹਿੰਦੇ ਇਤਨਾ ਵੱਡਾ ਫਲ ਪ੍ਰਾਪਤ ਹੋ ਜਾਂਦਾ ਮਾਨੋ ਜਿਵੇਂ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੋਵੇ। ਤੋ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ। ਹਾਕਤ ਹੈ ਵਾਯੂ, ਹਵਾ ਝੱਲਣੀ, ਪੱਖਾ ਝੱਲਣਾ। ਬਾਸਨ ਧੋਏ ਮਾਂਜ ਬਨਾਇਓ। ਫਿਰ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਭਾਂਡੇ ਮਾਂਜਣ ਦੀ ਸੇਵਾ ਕਰਨੀ। ਖਾਲਸਾ ਜੀ ਇਹ ਜਿਹੜੀਆਂ ਸੇਵਾਵਾਂ ਨੇ, ਝਾੜੂ ਫੇਰਨ ਦੀ ਸੇਵਾ ਕਰਨੀ, ਭਾਂਡੇ ਮਾਂਜਣ ਦੀ ਸੇਵਾ ਕਰਨੀ, ਜੋੜਿਆਂ ਵਿੱਚ ਜੋੜੇ, ਘਰਾਂ ਵਿੱਚ ਜੋੜਿਆਂ ਨੂੰ ਝਾੜਨ ਦੀ ਸੇਵਾ ਕਰਨੀ। ਖਾਲਸਾ ਜੀ ਇਹ ਸੇਵਾ ਕੀਤਿਆਂ ਹਿਰਦੇ 'ਚ ਹਲੀਮੀ ਆਉਂਦੀ ਹੈ, ਬੇਨਿਮਰਤਾ ਆਉਂਦੀ ਹੈ। ਤੇ ਜੇ ਇਹ ਸੇਵਾ ਕੀਤਿਆਂ ਮਨ ਨੀਵਾਂ ਨਹੀਂ ਹੁੰਦਾ, ਹਲੀਮੀ ਨਹੀਂ ਆਉਂਦੀ, ਇਹਦਾ ਮਤਲਬ ਸੇਵਾ ਨਹੀਂ ਪਏ ਕਰਦੇ, ਵਿਖਾਵਾ ਪਏ ਕਰਦੇ ਆ। ਇਹ ਬੜੀ ਉੱਤਮ ਸੇਵਾ ਹੈ। ਝੂਠੇ ਬਰਤਨ ਮਾਂਜਣ ਦੀ ਸੇਵਾ। ਕਹਿੰਦੇ ਜਿਵੇਂ ਜਿਵੇਂ ਭਾਂਡੇ ਮਾਂਜੀਏ ਨਾ, ਇਉਂ ਜਾਪਦਾ ਆਪਣੇ ਮਨ ਦੀ ਝੂਠ ਪੇ ਮਾਂਜਦੇ ਆ। ਸਤਿ ਸ੍ਰੀ ਅਕਾਲ। ਅਸੀਂ ਪੜ੍ਹਦਾ ਜਦੋਂ ਆਪਣੇ ਉਸਤਾਦ ਜੀ ਪਾਸ ਸਰਬਲੋਹ ਦੇ ਵੱਡੇ ਵੱਡੇ ਬਾਟੇ ਹੋਣੇ, ਉਹਨਾਂ ਸਰਬਲੋਹ ਦੇ ਬਰਟੋਇਆਂ ਨੂੰ, ਬਾਟਿਆਂ ਨੂੰ ਮਾਂਜਣ ਦਾ ਹੁਕਮ ਹੋਣਾ ਵੀ ਇਉਂ ਚਮਕਾਉਣੇ ਆ ਜਿਵੇਂ ਸਟੀਲ ਦੇ ਭਾਂਡੇ ਹੁੰਦੇ। ਸਰਬਲੋਹ ਦੇ ਉਹਨਾਂ ਬਾਟਿਆਂ ਨੂੰ ਸਾਰੇ ਸਿੰਘਾਂ ਨੂੰ ਮਿਲੇ ਹੋਣੇ ਤੇ ਉਹਨਾਂ ਬਾਟਿਆਂ ਨੂੰ ਮਾਂਜ ਕੇ ਉਹਨਾਂ ਵਿੱਚ ਚਿਹਰਾ ਵੇਖਣ ਦਾ ਯਤਨ ਕਰਨਾ। ਤੇ ਸਭ ਨੇ ਇਹ ਨਾ ਕਹਿਣਾ ਵੀ ਬਾਟਾ ਮਾਂਜਣਾ। ਸਾਰੇ ਵਿਦਿਆਰਥੀਆਂ ਨੇ ਕਹਿਣਾ ਚਲੋ ਮਨ ਮਾਂਜੀਏ, ਕਿਉਂਕਿ ਭਾਂਡੇ ਮਾਂਜਣ ਨਾਲ ਮਨ ਮਾਂਜਿਆ ਜਾਂਦਾ ਜੇ ਕਿਤੇ ਸੁਰਤ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਸੇਵਾ ਕੀਤੀ ਜਾਏ। ਭਾਈ ਸਾਹਿਬ ਭਾਈ ਧਿੰਗਾ ਨਾਈ ਜੀ ਗੁਰੂ ਸਾਹਿਬ ਜੀ ਦੇ ਲੰਗਰਾਂ ਵਿੱਚ ਭਾਂਡੇ ਮਾਂਜਣ ਦੀ ਸੇਵਾ ਕਰਦੇ ਹਨ, ਪੱਖਾ ਝੱਲਣ ਦੀ ਸੇਵਾ ਕਰਦੇ ਹਨ। ਕਬ ਕਬ ਗੁਰ ਕੀ ਸੇਵਾ ਪਾਏ। ਕਦੇ ਕੱਪੜੇ ਧੋਣ ਦੀ ਸੇਵਾ ਤੇ ਕਦੇ ਕਦੇ ਸੇਵਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਦੀ ਸੇਵਾ ਮਿਲ ਜਾਂਦੀ। ਮਹਾਰਾਜ ਜੀ ਦਾ ਕੋਈ ਬਸਤਰ ਧੋਣ ਦੀ ਸੇਵਾ ਮਿਲ ਜਾਂਦੀ, ਜਾਂ ਸਤਿਗੁਰਾਂ ਦੇ ਚਰਨਾਂ ਦੀ ਸਪਰਸ਼ ਦੀ ਸੇਵਾ ਮਿਲ ਜਾਂਦੀ। ਮਹਾ ਪ੍ਰੇਮ ਤੇ ਕਰੈ ਬਨਾਏ। ਜਦੋਂ ਕੋਈ ਸਤਿਗੁਰਾਂ ਦੀ ਸੇਵਾ ਮਿਲਣੀ, ਕੋਈ ਮਹਾਰਾਜ ਜੀ ਦਾ ਭਾਂਡਾ ਪਾਤਸ਼ਾਹ ਦਾ ਭੋਜਨ ਵਾਲਾ ਮਾਂਜਣ ਦੀ ਸੇਵਾ ਮਿਲ ਜਾਣੀ, ਜਾਂ ਮਹਾਰਾਜ ਜੀ ਦੇ ਬਸਤਰ ਧੋਣ ਦੀ ਸੇਵਾ ਮਿਲ ਜਾਣੀ, ਤੇ ਬੜੇ ਹੀ ਪ੍ਰੇਮ ਨਾਲ ਭਾਈ ਸਾਹਿਬ ਧਿੰਗਾ ਜੀ ਨੇ ਕਰਨੀ। ਇੱਕ ਦਿਨ ਸ਼੍ਰੀ ਅੰਗਦ ਕੇ ਪਾਸ। ਇੱਕ ਦਿਨ ਦਾ ਬਚਨ ਹੈ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਦਰਬਾਰ ਦੀਵਾਨ ਸਜਿਆ ਹੋਇਆ ਹੈ। ਹਾਥ ਜੋੜ ਕੀਨੀ ਅਰਦਾਸ। ਭਾਈ ਧਿੰਗਾ ਜੀ ਨੇ ਆਣ ਕੇ ਹੱਥ ਜੋੜ ਕੇ ਸਨਿਮਰ ਭਾਵ ਨਾਲ ਬੇਨਤੀ ਕੀਤੀ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ। ਸ਼੍ਰੀ ਸਤਿਗੁਰ ਮੁਝ ਦਿਓ ਉਪਦੇਸ਼। ਖਾਲਸਾ ਜੀ ਸੇਵਾ ਕਰਕੇ ਜਦੋਂ ਭਾਂਡਾ ਬਣ ਗਿਆ ਨਾ, ਅੰਤਸ਼ਕਰਨ ਸ਼ੁੱਧ ਹੋ ਗਿਆ, ਫਿਰ ਉਹਦੇ 'ਚ ਉਪਦੇਸ਼ ਪੈਣਾ ਸੀ ਨਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੈ ਕੋ ਜਾਵ, ਦੂਧ ਕਰਮ ਪੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਭਾਂਡਾ ਧੋਵੋ ਆਪਣਾ, ਫਿਰ ਦੁੱਧ ਲੈਣ ਜਾਓ ਗੁਰੂ ਦਾ ਉਪਦੇਸ਼ ਰੂਪੀ ਦੁੱਧ। ਅਸੀਂ ਭਾਂਡਾ ਧੋਤਾ ਨਹੀਂ, ਜੇ ਵਿੱਚ ਸਿੱਧਾ ਉਪਦੇਸ਼ ਦਾ ਦੁੱਧ ਪਵੇਗਾ ਕਲਾ ਨਹੀਂ ਵਰਤਣੀ। ਪਹਿਲਾਂ ਅੰਤਸ਼ਕਰਨ ਦਾ ਭਾਂਡਾ ਧੋਤਾ ਜਾਏ। ਸੇਵਾ ਕਰਕੇ ਜਦੋਂ ਭਾਂਡਾ ਬਣ ਜਾਂਦਾ, ਹੈਰਾਨੀ ਹੁੰਦੀ ਹੈ, ਹਾਲੇ ਚਿਹਰੇ ਮੋਹਰੇ ਤੇ ਪੂਰੇ ਕੇਸ ਵੀ ਨਹੀਂ ਆਏ ਹੁੰਦੇ। ਚਿਹਰੇ ਮੋਹਰੇ ਤੇ ਕੇਸ ਕੱਟਣ ਤੋਂ ਬਾਅਦ ਜਦੋਂ ਰੱਖਦੇ ਆ ਕਈ ਵੀਰ, ਆਏ ਨਹੀਂ ਹੁੰਦੇ,
ਤੇ ਕਹਦੇ ਚਲੋ ਗਿਣਤੀ ਵਧਾਉਣੀ ਹੈ, ਛਕਾ ਦਿਓ ਅੰਮ੍ਰਿਤ। ਚਿਹਰੇ ਤੇ ਹਾਲੇ ਦਾੜਾ ਕੱਟਿਆ ਹੀ ਨਜ਼ਰ ਆਉਂਦਾ, ਗਾਤਰੇ ਕਿਰਪਾਨ ਪੈ ਜਾਂਦੀ ਹੈ। ਕੁਝ ਸਮੇਂ ਬਾਅਦ ਫਿਰ ਉਹੀ ਕਿਰਪਾਨ ਕਿੱਲੀ ਤੇ ਲਾ ਕੇ ਟੰਗ ਦਿੰਦੇ ਆ। ਪੁਰਾਣੇ ਵੇਲਿਆਂ 'ਚ ਸੇਵਾ ਵਿੱਚ ਲਾਇਆ ਜਾਂਦਾ। ਕਿਤਨਾ ਲੰਮਾ ਸਮਾਂ ਪਹਿਲੋਂ ਸੇਵਾ 'ਚ ਲਾਉਣਾ, ਵੀ ਸੇਵਾ ਕਰੋ ਸਮਰਪਣ ਭਾਵ ਨਾਲ। ਸੇਵਾ ਕਰਦਿਆਂ ਮਨ ਸ਼ੁੱਧ ਹੋਣਾ, ਗੁਰੂ ਕੀ ਸਿੱਖੀ ਦੀ ਮਰਿਆਦਾ ਦਾ ਪਤਾ ਲੱਗਣਾ, ਸੰਗਤ ਦੇ ਦਰਸ਼ਨ ਕਰਨੇ, ਗੁਰਸਿੱਖਾਂ ਦਾ ਆਚਰਣ ਪਤਾ ਲੱਗਣਾ ਵੀ ਕੀ ਵਿਵਹਾਰ ਹੁੰਦਾ ਸਿੱਖਾਂ ਦਾ, ਕਿਵੇਂ ਬਹਿੰਦੇ ਆ, ਕਿਵੇਂ ਉੱਠਦੇ ਆ, ਕਿਵੇਂ ਗੁਰੂ ਘਰ ਆਉਂਦੇ ਆ, ਸਤਿਗੁਰਾਂ ਦੇ ਦਰ ਘਰ ਦੀ ਮਰਿਆਦਾ ਕੀ ਹੈ, ਕਿਹੋ ਜਿਹਾ ਆਚਰਣ, ਬੋਲ ਬਾਣੀ ਕਿਹੋ ਜੀ। ਫਿਰ ਜਾ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ। ਇਹ ਮਰਿਆਦਾ ਸੀ। ਕਈ ਸਾਲ ਤਾਂ ਘੋੜਿਆਂ ਦੀ ਲੇਦੀ ਚੁਕਾਉਂਦੇ ਰਹਿੰਦੇ ਪੰਥ ਵਿੱਚ, ਵੀ ਘੋੜਿਆਂ ਦੀ ਲੇਦੀ ਚੁੱਕੋ, ਭਾਂਡੇ ਮਾਂਜੋ। ਫਿਰ ਉਹਨਾਂ ਨੇ ਜਦੋਂ ਵੇਖਣਾ ਵੀ ਭਾਂਡਾ ਤਿਆਰ ਹੋ ਗਿਆ, ਫਿਰ ਅੰਮ੍ਰਿਤ ਛਕਾਉਣਾ। ਭਾਈ ਧਿੰਗਾ ਜੀ ਪਹਿਲਾਂ ਕਈ ਮਹੀਨੇ ਸੇਵਾ 'ਚ ਹੀ ਰਹੇ। ਸੇਵਾ ਕਰਦਿਆਂ ਜਦੋਂ ਹਿਰਦਾ ਸ਼ੁੱਧ ਹੋ ਗਿਆ, ਫਿਰ ਇੱਕ ਦਿਨ ਗੁਰੂ ਸਾਹਿਬ ਦੇ ਚਰਨਾਂ 'ਚ ਆਏ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸ਼੍ਰੀ ਸਤਿਗੁਰ ਮੁਝ ਦਿਓ ਉਪਦੇਸ਼। ਬੇਨਤੀ ਕੀਤੀ, ਸਤਿਗੁਰੂ ਗਰੀਬ ਨਵਾਜ ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ, ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ ਕਿ ਮੇਰਾ ਜੀਵਨ ਸਕਾਰਥਾ ਹੋ ਜਾਵੇ, ਜਿਸ ਤੇ ਮਿਟੈ ਕਲੇਸ਼ ਅਸ਼ੇਸ਼। ਇਹਦੇ ਨਾਲ ਸਾਡੇ ਕਲੇਸ਼ ਮਿਟ ਜਾਣ, ਮੇਰਾ ਜਨਮ ਮਰਨ ਦਾ ਚੱਕਰ ਮੁੱਕ ਜਾਵੇ। ਸੁਨ ਸ਼੍ਰੀ ਮੁਖ ਤੇ ਤਬ ਫੁਰਮਾਇਓ। ਭਾਈ ਧਿੰਗਾ ਜੀ ਦੀ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਫਰਮਾਇਆ, ਕਹਿਣ ਲੱਗੇ, ਗੁਰੂ ਗੋਰ ਮੈਂ ਸੋ ਚੱਲ ਆਇਓ। ਮਹਾਰਾਜ ਜੀ ਕਹਿੰਦੇ, ਭਾਈ ਜਿਹੜਾ ਸੇਵਕ ਹੈ ਮੁਰੀਦ ਬਣ ਕੇ ਆਵੇ, ਤੇ ਮੁਰੀਦ ਦਾ ਮਤਲਬ ਹੁੰਦਾ ਮੁਰਦਾ ਹੋ ਕੇ ਆਵੇ, ਤੇ ਗੁਰੂ ਰੂਪੀ ਕਬਰ ਵਿੱਚ, ਗੁਰੂ ਰੂਪੀ ਗੋਰ ਦੇ ਵਿੱਚ ਆ ਕੇ ਚੱਲ ਕੇ ਸਮਾ ਜਾਵੇ। ਹੋਏ ਮੁਰੀਦ ਮੁਰਦੇ ਮਾਨਿੰਦ। ਔਰ ਮੁਰਦੇ ਦੇ ਮਾਨਿੰਦ ਮੁਰੀਦ ਬਣੇ। ਜਿਵੇਂ ਮੁਰਦਾ ਨਹੀਂ ਨਾ ਹਿਲਦਾ ਜੁਲਦਾ, ਏਦਾਂ ਮੁਰਦੇ ਦੇ ਮਾਨਿੰਦ ਮੁਰੀਦ ਬਣ ਕੇ ਆਵੇ। ਕਦੇ ਹੰਕਾਰ ਚਾਪਾ ਨਾ ਜਣਾਵੇ, ਹਿਲ ਜੁਲ ਨਾ ਕਰੇ ਹੰਕਾਰ ਵਿੱਚ ਆ ਕੇ, ਔਰ ਗੁਰੂ ਰੂਪੀ ਗੌਰ ਵਿੱਚ ਕਬਰ ਵਿੱਚ ਆ ਕੇ ਸਮਾ ਜਾਵੇ। ਅੰਗ ਨਾ ਕੋ ਹਾਲਤ ਬਿਨ ਜਿੰਦ। ਮੁਰਦੇ ਦਾ ਕੋਈ ਅੰਗ ਨਹੀਂ ਨਾ ਹਿਲਦਾ ਬਿਨਾਂ ਜਿੰਦ ਤੋਂ। ਇਉਂ ਕਹਿੰਦੇ ਮੁਰੀਦ ਵੀ ਕਦੇ ਹੰਕਾਰ ਸਹਿਤ ਆਪਣਾ ਆਪ ਨਾ ਜਣਾਵੇ। ਤਿਮ ਮੁਰੀਦ ਆਦਿਕ ਹੰਕਾਰ। ਜਿਹੜਾ ਮੁਰੀਦ ਆ ਉਹ ਵੀ ਹੰਕਾਰ ਤਿਆਗ ਦੇਵੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਭਾਈ ਗੁਰਦਾਸ ਜੀ ਦੇ ਬਚਨ ਨੇ। ਕਹਿੰਦੇ ਮੁਰੀਦ ਜਿਹੜਾ ਉਹ ਮੁਰਦੇ ਦੇ ਮਾਨਿੰਦ ਹੋ ਜਾਵੇ। ਜਿਵੇਂ ਮੁਰਦਾ ਆਪਣਾ ਸਰੀਰ ਨਹੀਂ ਹਿਲਾਉਂਦਾ ਬਿਨਾਂ ਜਿੰਦ ਤੋਂ ਹੁੰਦਾ ਹੈ, ਏਦਾਂ ਮੁਰੀਦ ਆਪਣੇ ਹੰਕਾਰ ਸਹਿਤ ਕਦੇ ਆਪਣਾ ਆਪਾ ਨਾ ਜੜਾਵੇ। ਤਿਆਗ ਦੇਤੇ ਸਤਲ ਵਿਕਾਰ। ਇਹ ਜਿੰਨੇ ਵਿਕਾਰ ਨੇ, ਜਿਵੇਂ ਮੁਰਦੇ ਨੂੰ ਕੋਈ ਵਿਕਾਰ ਤਾਂ ਨਹੀਂ ਪਾਉਂਦਾ, ਮੁਰਦਾ ਕਦੇ ਕਾਮੀ ਨਹੀਂ ਹੁੰਦਾ, ਲੱਖ ਸੁਹੱਪਣ ਉਹਦੇ ਸਾਹਮਣੇ ਹੋਵੇ। ਮੁਰਦਾ ਕਦੇ ਕ੍ਰੋਧੀ ਨਹੀਂ ਹੁੰਦਾ, ਲੱਖ ਉਹਨੂੰ ਕੋਈ ਗਾਲਾਂ ਕੱਢੀ ਜਾਏ। ਮੁਰਦਾ ਕਦੇ ਹੰਕਾਰੀ ਨਹੀਂ ਹੁੰਦਾ, ਭਾਵੇਂ ਲੱਖ ਉਹਦੇ ਕੋਲ ਖਲੋਤਾ ਕੋਈ ਸੋਹਲੇ ਪੜੀ ਜਾਵੇ। ਮੁਰਦਾ ਕਦੇ ਮੋਹ ਵਿੱਚ ਨਹੀਂ ਆਉਂਦਾ, ਭਾਵੇਂ ਲੱਖਾਂ ਧੀਆਂ ਪੁੱਤ ਆਲੇ ਦੁਆਲੇ ਕੁਰਲਾਪ ਕਰੀ ਜਾਣ, ਉਹਦੇ ਅੰਦਰ ਮੋਹ ਦੀ ਬਿਰਤੀ ਵੀ ਨਹੀਂ ਆਉਂਦੀ। ਤੇ ਮੁਰਦੇ ਦੇ ਅੱਗੇ ਤੁਸੀਂ ਲੱਖਾਂ ਦਾ ਢੇਰ ਲਾ ਦਿਓ, ਉਹ ਵੇਖ ਕੇ ਲੋਭੀ ਵੀ ਨਹੀਂ ਹੁੰਦਾ, ਉਹਦੇ ਅੰਦਰ ਇਹ ਵਿਕਾਰ ਫੁਰਦੇ ਹੀ ਨਹੀਂ, ਕਿਉਂਕਿ ਮੁਰਦਾ ਜੋ ਹੋ ਗਿਆ। ਏਦਾਂ ਜਿਹੜਾ ਮੁਰੀਦ ਹੋ ਗਿਆ, ਉਹਦੇ ਅੰਦਰ ਇਹ ਸਾਰੇ ਵਿਕਾਰ ਨਹੀਂ ਫੁਰਦੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। ਗੁਰੂ ਗੋਰ ਮੈਂ ਜਾਏ ਸਮਾਏ। ਜਦੋਂ ਏਦਾਂ ਦਾ ਮੁਰਦਾ ਹੋ ਜਾਏ, ਫਿਰ ਉਹ ਗੁਰੂ ਰੂਪੀ ਗੋਰ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਗੁਰੂ ਗੋਰ ਦੇ ਵਿੱਚ ਸਮਾਉਣ ਦਾ ਮਤਲਬ ਕੀ ਹੈ ਕਿ ਗੁਰੂ ਦੇ ਸਰੂਪ ਵਿੱਚ ਮਿਲ ਕੇ ਇੱਕ ਵਿਕ ਹੋ ਜਾਂਦਾ ਹੈ, ਫਿਰ ਉਹ ਗੁਰੂ ਵਿੱਚ ਹੀ ਮਿਲ ਜਾਂਦਾ ਹੈ। ਹਾਂਜੀ, ਹੋਏ ਮੁਰੀਦ ਮੁਰਦਾ ਜਿਸ ਪਾਏ। ਜਿਵੇਂ ਏਦਾਂ ਮੁਰੀਦ ਹੋਵੇ ਜਿਵੇਂ ਕੋਈ ਮੁਰਦਾ ਹੋਵੇ। ਦੇਖ ਜਾਤ ਆਪਣੀ ਪਾਸੈਨ। ਇੱਥੇ ਮੁਰਦਾ ਹੋਣ ਦਾ ਮਤਲਬ ਹੈ ਨਿਰਹੰਕਾਰ ਹੋ ਜਾਣਾ, ਹਉਮੈ ਰਹਿਤ ਹੋ ਜਾਣਾ, ਹੰਕਾਰ ਨਾ ਹੋਣਾ ਹਿਰਦੇ 'ਚ।
ਇਹਦਾ ਮਤਲਬ ਇਹ ਹੈ ਮੁਰਦਾ ਹੋਣ ਦਾ। ਮੁਰਦਾ ਹੋਣ ਦਾ ਮਤਲਬ ਮਰ ਜਾਣਾ ਨਹੀਂ ਹੈ। ਮੁਰਦਾ ਹੋਣ ਦਾ ਮਤਲਬ ਹੈ ਹੰਕਾਰ ਤੋਂ ਰਹਿਤ ਹੋ ਜਾਣਾ। ਮਹਾਰਾਜ ਜੀ ਕਹਿੰਦੇ ਭਾਈ ਧੰਗਾ ਜੀ ਦੇਖ ਜਾਤ ਆਪਣੀ ਪਾਸੈਨ। ਤੁਹਾਡੇ ਹੀ ਨਾਈ ਭਾਈਚਾਰੇ ਵਿੱਚ ਮਹਾਨ ਮਹਾਂਪੁਰਸ਼ ਭਗਤ ਹੋਏ ਭਗਤ ਸੈਣ ਜੀ। ਭਗਤ ਸੈਣ ਜੀ ਨਾਈ ਸਨ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ। ਭਗਤ ਸੈਣ ਜੀ ਮਹਾਰਾਜ ਤੁਹਾਡੀ ਨਾਈ ਬਰਾਦਰੀ ਵਿੱਚ ਹੋਏ। ਕਰੀ ਸੇਵ ਸੰਤਨ ਕੀ ਰੈਨ। ਦੇਖੋ ਭਗਤ ਸੈਣ ਨਾਈ ਜੀ ਨੇ ਕਿਤਨੀ ਸੇਵਾ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਕਬੀਰ ਜੀ ਦਾ ਪ੍ਰਤਾਪ ਸੁਣ ਕੇ ਭਗਤ ਸੈਣ ਜੀ ਆ ਕੇ ਰਾਮਾਨੰਦ ਜੀ ਦੇ ਚੇਲੇ ਹੋਏ। ਉਹਨਾਂ ਆਖਿਆ ਜਾ ਸੰਗਤ ਕਰਿਆ ਕਰ ਸਾਧੂਆਂ ਦੀ। ਕੋਈ ਪੂਰਨ ਵਲੀ ਸਾਧੂ ਆਉਣਗੇ ਉਹਨਾਂ ਦੀ ਸੰਗਤ ਕਰਕੇ ਪਾਰ ਉਤਾਰਾ ਹੋ ਜਾਏਗਾ। ਰੋਜ਼ਾਨਾ ਸੰਗਤ ਕਰਨੀ। ਇੱਕ ਦਿਨ ਰਾਤ ਦਾ ਸਮਾਂ ਕੁਝ ਸਤਪੁਰਸ਼ਾਂ ਦੀ ਟੋਲੀ ਆ ਗਈ। ਘਰ ਵਿੱਚ ਟਿਕ ਗਏ। ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਆਏ ਸੰਤ ਪਰੋਹਣੇ ਕੀਰਤਨ ਹੋਆ ਰਹਿਣ ਸਭਾਈ। ਸਾਰੀ ਰਾਤ ਕੀਰਤਨ ਹੁੰਦਾ ਰਿਹਾ ਤੇ ਸਵੇਰ ਸਵੇਰੇ ਰੋਜ਼, ਕਿਉਂਕਿ ਸੈਣ ਜੀ ਨਾਈ ਹੋਣ ਕਰਕੇ ਉਹਨਾਂ ਦੀ ਕਿਰਤ ਸੀ, ਕੰਮ ਸੀ, ਰਾਜੇ ਦੀ ਮਾਲਿਸ਼ ਕਰਦੇ ਸੀ ਰੋਜ਼ ਜਾ ਕੇ। ਸਵੇਰ ਸਵੇਰੇ ਰਾਜੇ ਕੋਲ ਜਾ ਨਾ ਪਾਏ, ਸਾਧੂਆਂ ਦੀ ਮੰਡਲੀ ਵਿੱਚ ਸਨ। ਉਧਰ ਰਾਜੇ ਦੇ ਉੱਠਣ ਦਾ ਵੇਲਾ ਹੋਇਆ ਤੇ ਪਰਮੇਸ਼ਰ ਸੈਣ ਰੂਪ ਹੋ ਕੇ ਆ ਗਿਆ। ਜਾ ਕੇ ਰਾਜੇ ਦੀ ਮਾਲਿਸ਼ ਕੀਤੀ। ਰਾਜੇ ਦੇ ਤਨ ਤੇ ਚਮੜੀ ਦਾ ਰੋਗ ਸੀ। ਪਰਮੇਸ਼ਰ ਦੇ ਜਦੋਂ ਹੱਥ ਲੱਗੇ ਤੇ ਉਹਦਾ ਰੋਗ ਜਾਂਦਾ ਰਿਹਾ। ਦਿਨ ਚੜ ਗਿਆ, ਲੋ ਲੱਗ ਗਈ। ਕਾਫੀ ਦਿਨ ਤੋਂ ਬਾਅਦ ਜਦੋਂ ਮਹਾਂਪੁਰਸ਼ਾਂ ਨੂੰ ਵਿਦਾ ਕਰਕੇ ਸੈਣ ਜੀ ਰਾਜੇ ਚ ਕੋਲ ਪਹੁੰਚੇ, ਸੋਚੀ ਜਾਣ ਰਾਜਾ ਖਬਰੇ ਕੀ ਆਖੇਗਾ। ਰਾਜੇ ਨੇ ਜਾ ਕੇ ਵੇਖਿਆ, ਹੱਥਾਂ ਤੇ ਚੱਕ ਲਿਆ, ਸਿਰੇ ਪਾਉ ਦਿੱਤਾ, ਬੜਾ ਸਨਮਾਨ ਕੀਤਾ। ਸੈਣ ਅੱਜ ਤੂੰ ਇਹੋ ਜੀ ਮਾਲਿਸ਼ ਕੀਤੀ ਆ, ਮੇਰੇ ਤਨ ਦਾ ਰੋਗ ਜਾਂਦਾ ਰਿਹਾ। ਸੁਣ ਕੇ ਭਗਤ ਸੈਣ ਜੀ ਦਾ ਹਿਰਦਾ ਪ੍ਰਭੂ ਰੰਗ ਵਿੱਚ ਇਹੋ ਜਿਹਾ ਰੰਗਿਆ ਗਿਆ, ਵਾਹਿਗੁਰੂ ਤੂੰ ਕਿੱਡਾ ਵੱਡਾ ਦਿਆਲੂ ਹੈ। ਮੇਰੇ ਵਰਗੇ ਨੀਚ ਜੇ ਸੈਣ ਦਾ ਰੂਪ ਬਣ ਕੇ ਆ ਕੇ ਇੱਕ ਦੁਨਿਆਵੀ ਰਾਜੇ ਦੀ ਮਾਲਿਸ਼ ਕਰ ਰਿਹਾ। ਬਸ ਉੱਥੋਂ ਹੀ ਰੰਗ ਲੱਗਾ ਤੇ ਪਰਮੇਸ਼ਰ ਦੀ ਭਗਤੀ ਵਿੱਚ ਜੁੜ ਕੇ ਮਹਾਨ ਭਗਤ ਹੋ ਗਏ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਇੰਨਾ ਵੱਡਾ ਮਾਣ ਸਨਮਾਨ ਦਿੱਤਾ ਕਿ ਜਦੋਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਤੇ ਮਹਾਰਾਜ ਭਗਤ ਸੈਣ ਜੀ ਦੇ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੇ। ਸੁਣ ਸੰਧਿਆ ਤੇਰੀ ਦੇਵ ਦਿਵਾਕਰ ਅਦਪਤ ਆਦ ਸਮਾਈ। ਇਹ ਪਾਵਨ ਬਚਨ ਮਹਾਰਾਜ ਭਗਤ ਸੈਣ ਜੀ ਦੇ ਹਨ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਕਹਿ ਰਹੇ ਨੇ, ਦੇਖ ਜਾਤ ਆਪਣੀ ਭਾਸੈਨ। ਕਹਿੰਦੇ ਜਿਹੜੀ ਜਾਤ ਭਗਤ ਸੈਣ ਦੀ, ਜਿਹੜਾ ਕੰਮ ਉਹਦਾ ਵੀ ਨਾਈਆਂ ਵਾਲਾ ਸੀ, ਕਿਰਤ ਬੁੱਤੀਆਂ ਕੱਢਦੇ ਸਨ, ਉਹੀ ਕੰਮ ਤੈਂ ਕਰਦਾ ਭਾਈ ਧੰਗਾ ਨਾਈ ਜੀ। ਕਰੀ ਸੇਵ ਸੰਤਨ ਕੀ ਰੈਨ। ਵੇਖ ਉਸ ਭਾਈ ਸੈਣ ਨੇ, ਭਗਤ ਸੈਣ ਨੇ ਕਿਵੇਂ ਰਾਤ ਨੂੰ ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਕੀਤੀ। ਸਾਰੀ ਰਾਤ ਉਹਨਾਂ ਦੀ ਸੰਗਤ ਵਿੱਚ ਹਰੀ ਜਸ ਸੁਣਦੇ ਰਹੇ। ਪ੍ਰੇਮ ਪਰਖ ਕਰ ਸ਼੍ਰੀ ਭਗਵਾਨ। ਤੇ ਉਧਰ ਆਪਣੇ ਭਗਤ ਸੈਣ ਦਾ ਪ੍ਰੇਮ ਪਰਖ ਕੇ ਅਕਾਲ ਪੁਰਖ ਜੀ ਭਗਵਾਨ ਜੀ ਬਨੇ ਸੈਨ ਕੇ ਰੂਪ ਸੁਜਾਨ। ਉਹ ਸੈਣ ਦਾ ਰੂਪ ਹੋ ਗਏ। ਸੈਣ ਦਾ ਰੂਪ ਧਾਰਨ ਕਰਕੇ ਰਾਣੇ ਕੋ ਇਸ ਰੀਤ ਰਿਜਾਇਓ। ਜਾ ਕੇ ਉਸ ਰਾਜੇ ਨੂੰ ਪ੍ਰਸੰਨ ਕੀਤਾ, ਉਹਦੀ ਮਾਲਿਸ਼ ਕੀਤੀ। ਚੰਬਲ ਦਾ ਰੋਗ ਉਹਦੇ ਸਰੀਰ ਦਾ ਉਹ ਜਾਂਦਾ ਰਿਹਾ। ਬਖਸ਼ੀ ਤਬ ਕਵਾਏ ਹੁਲਸਾਇਓ। ਔਰ ਕਹਿੰਦੇ ਬੜਾ ਖੁਸ਼ ਹੋਇਆ ਰਾਜਾ ਜਦੋਂ ਭਗਤ ਸੈਣ ਜੀ ਆਏ ਨਾ ਪੁੱਜੇ ਉਹਦੀ ਸਭਾ 'ਚ। ਉਹਨੇ ਖਿਲਤ ਦਿੱਤੀ, ਸੋਹਣੀ ਪੋਸ਼ਾਕ ਦਿੱਤੀ ਭਗਤ ਸੈਣ ਜੀ ਨੂੰ। ਇਸ ਕੇ ਸਮ ਸੰਤਨ ਕੀ ਸੇਵਾ। ਮਹਾਰਾਜ ਜੀ ਕਹਿੰਦੇ ਵੇਖੋ ਕਿੰਨੀ ਸੇਵਾ ਕੀਤੀ ਤੇ ਕਿੱਡੇ ਮਹਾਂਪੁਰਸ਼ ਭਗਤ ਹੋਏ ਸੰਤਾਂ ਦੀ ਸੇਵਾ ਕਰਕੇ। ਭਾਈ ਧੰਗਾ ਜੀ ਤੁਸੀਂ ਵੀ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਤੇ ਸੰਤਾਂ ਦੀ ਸੇਵਾ ਕਰਨੀ ਹੈ। ਸੰਤ ਜਨ ਖਾਲਸਾ ਜੀ ਦੋ ਪ੍ਰਕਾਰ ਦੀ ਅਵਧੀ ਦੇ ਮਹਾਂਪੁਰਸ਼ ਸੰਤ ਹੁੰਦੇ ਆ। ਇੱਕ ਉਹ ਜਿਹੜੇ ਜੀਵਨ ਵਿੱਚ ਬੰਦਗੀ ਕਰਦੇ, ਸਾਧਨਾ ਕਰਦੇ, ਸਾਧਨਾ ਕਰਦਿਆਂ 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 ਪ੍ਰਭੂ ਦੇ ਰੂਪ ਵਿੱਚ ਜਾ ਕੇ ਭੇਦ ਹੋ ਜਾਂਦੇ। ਤੇ ਇੱਕ ਉਹ ਹੁੰਦੇ ਨੇ ਜਿਹੜੇ ਉਹਦੇ 'ਚ ਅਭੇਦ ਹੋ ਜਾਂਦੇ ਆ। ਫਿਰ ਜੀਵਾਂ ਦਾ ਭਲਾ ਕਰਨਾ ਹੁੰਦਾ, ਜੀਵਾਂ ਦੀ ਕਲਿਆਣ ਕਰਨੀ ਹੁੰਦੀ ਹੈ,
ਤਾਂ ਦਇਆ ਦੇ ਘਰ ਵਿੱਚ ਆ ਕੇ ਮੁੜ ਕੇ ਫੇਰ ਸਰੀਰ ਧਾਰਨ ਕਰਕੇ ਆ ਜਾਂਦੇ ਆ। ਉਹ ਜਨਮ ਤੋਂ ਹੀ ਸਿੱਧ ਪੁਰਸ਼ ਹੁੰਦੇ ਆ। ਉਹ ਮਹਾਂਪੁਰਸ਼ ਜਨਮ ਤੋਂ ਹੀ ਸਿੱਧ ਹੁੰਦੇ ਆ। ਇੱਕ ਜਨਮ ਲੈ ਕੇ ਸਾਧਨਾ ਕਰਕੇ ਸੰਤ ਬਣੇ, ਇੱਕ ਸੰਤ ਬਣਨ ਤੋਂ ਬਾਅਦ ਪਰਮੇਸ਼ਰ 'ਚ ਭੇਦ ਹੋ ਕੇ ਇੱਕ ਸਰੀਰ ਛੱਡ ਕੇ ਦੁਬਾਰਾ ਫੇਰ ਸਰੀਰ ਧਾਰਨ ਕਰਕੇ ਆਏ, ਫਿਰ ਉਹ ਜਨਮ ਤੋਂ ਹੀ ਸਿੱਧ ਹੁੰਦੇ ਆ। ਉਹ ਮਹਾਂਪੁਰਸ਼, ਉਹ ਮਹਾਤਮਾ। ਤੇ ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਕਰਨੀ ਹੈ, ਉਹਨਾਂ ਦੀ ਸੇਵਾ ਕਰਨੀ ਹੈ। ਕਰੋ ਸਦਾ ਰੀਜੇ ਗੁਰਦੇਵਾ। ਜਦੋਂ ਸੰਤ ਜਨਾਂ ਦੀ ਸੇਵਾ ਕਰੋਗੇ ਤਾਂ ਗੁਰਦੇਵ ਪ੍ਰਸੰਨ ਹੋਣਗੇ ਤੁਹਾਡੇ ਤੇ। ਸੁਨ ਉਪਦੇਸ਼ ਕਮਾਵਨ ਕੀਨ। ਭਾਈ ਧੰਗਾ ਨਾਈ ਜੀ ਨੇ ਸਤਿਗੁਰਾਂ ਦਾ ਪਾਵਨ ਉਪਦੇਸ਼ ਸੁਣਿਆ, ਫਿਰ ਇਸ ਉਪਦੇਸ਼ ਨੂੰ ਕਮਾਇਆ। ਸੁਣਿਆ ਹੀ ਨਹੀਂ, ਅਸੀਂ ਖਾਲਸਾ ਜੀ ਕੇਵਲ ਕੰਨਾਂ ਦਾ ਸੁਣਨ ਤੱਕ ਹੀ ਸੀਮਤ ਰੱਖ ਲਿਆ ਸਭ ਕੁਝ। ਇਹਨੂੰ ਕਹਿੰਦੇ ਆ ਕੰਨਾਂ ਦਾ ਰਸ। ਬੋਲਣ ਵਾਲੇ ਸਾਡੇ ਵਰਗਿਆਂ ਦਾ ਹੋ ਗਿਆ ਬੋਲਣਾ ਪ੍ਰੋਫੈਸ਼ਨ, ਤੇ ਸੁਣਨ ਵਾਲਿਆਂ ਦਾ ਸੁਣਨਾ ਹੋ ਗਿਆ ਫੈਸ਼ਨ। ਬੋਲਣ ਵਾਲਿਆਂ ਦਾ ਬੋਲਣਾ ਜਦੋਂ ਪ੍ਰੋਫੈਸ਼ਨ ਹੋ ਜਾਏ ਤੇ ਸੁਣਨ ਵਾਲਿਆਂ ਦਾ ਸੁਣਨਾ ਜਦੋਂ ਫੈਸ਼ਨ ਹੋ ਜਾਏ, ਫਿਰ ਉੱਥੇ ਆਤਮ ਗਿਆਨ ਨਹੀਂ ਉਪਜਿਆ ਕਰਦਾ। ਆਤਮ ਗਿਆਨ ਉੱਥੇ ਨਹੀਂ ਉਪਜਿਆ ਕਰਦਾ ਜਿੱਥੇ ਕੇਵਲ ਕੰਨਾਂ ਦਾ ਰਸ ਹੀ ਲੈਣਾ ਸ਼ਰਵਣਾ ਦਾ। ਆਖੇ ਜੀ ਗਿਆਨੀ ਜੀ ਵਿਹਲੇ ਬੈਠੇ ਆ, ਕੋਈ ਗੱਲ ਹੀ ਸੁਣਾ ਦਿਓ। ਪੁੱਛਿਆ ਜੀ ਕਿਉਂ? ਕਹਿੰਦੇ ਇਸ ਕਰਕੇ ਵੀ ਟਾਈਮ ਪਾਸ ਹੋ ਜੂ। ਵੀ ਭਲੇ ਲੋਕਾਂ ਦੀ ਇਹ ਬਿਰਤੀ ਕਿ ਰੱਬ ਦੇ ਘਰ ਦੀਆਂ ਬਾਤਾਂ ਟਾਈਮ ਪਾਸ ਕਰਨ ਨੂੰ ਨੇ। ਟਾਈਮ ਹੀ ਪਾਸ ਕਰਨਾ ਤੇ ਲੈ ਲਓ ਮੂੰਗਫਲੀ ਲੈ ਕੇ ਖਾਈ ਜੋ, ਟਾਈਮ ਆਪੇ ਪਾਸ ਹੋ ਜਾਣਾ। ਉਹਦੇ ਵਾਸਤੇ ਗਿਆਨੀਆਂ ਦੇ ਕੋਲੋਂ ਜਾ ਕੇ ਕਥਾ ਕੀਰਤਨ ਸੁਣਨਾ ਤਾਂ ਟਾਈਮ ਪਾਸ ਨਹੀਂ। ਕਥਾ ਕੀਰਤਨ ਬ੍ਰਹਮ ਵਿਚਾਰ ਹੈ, ਪਰਮੇਸ਼ਰ ਦੇ ਘਰ ਦੀ ਵਿਚਾਰ ਹੈ, ਇਹ ਟਾਈਮ ਪਾਸ ਨਹੀਂ। ਹਾਂ, ਇਹਦੇ ਵਿੱਚ ਜਿਹੜਾ ਸਮਾਂ ਬੀਤੇਗਾ ਉਹ ਸਫਲ ਜ਼ਰੂਰ ਹੋ ਜਾਏਗਾ। ਇਹ ਟਾਈਮ ਪਾਸ ਨਹੀਂ ਹੈ। ਭਾਈ ਧੰਗਾ ਜੀ ਨੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਿਆ, ਸੁਣ ਕੇ ਫਿਰ ਉਹਨੂੰ ਮੰਨਿਆ, ਉਹਦੀ ਕਮਾਈ ਕੀਤੀ, ਉਹਦਾ ਨਿਧਿਆਸਣ ਕੀਤਾ। ਕਰਿਓ ਪ੍ਰੇਮ ਸਿੱਖੀ ਪਦ ਲੀਨ। ਗੁਰੂ ਸਾਹਿਬ ਜੀ ਦਾ ਪ੍ਰੇਮ ਹਿਰਦੇ 'ਚ ਵਸ ਗਿਆ। ਗੁਰਸਿੱਖੀ ਦੀ ਮਹਾਨ ਪਦਵੀ, ਜਿਹੜਾ ਸਿੱਖੀ ਦਾ ਸਿਖਰ ਹੁੰਦਾ ਨਾ, ਉਸ ਸਿੱਖੀ ਦੀ ਮਹਾਨ ਪਦਵੀ ਨੂੰ ਭਾਈ ਸਾਹਿਬ ਭਾਈ ਧੰਗਾ ਨਾਈ ਜੀ ਨੇ ਪ੍ਰਾਪਤ ਕੀਤਾ। ਸਭ ਕੁਟੰਬ ਕੋ ਭਇਓ ਉਦਾਰ। ਕੱਲੇ ਭਾਈ ਧੰਗਾ ਜੀ ਨਹੀਂ ਉਧਰੇ, ਉਹਨਾਂ ਦੇ ਨਾਲ ਉਹਨਾਂ ਦਾ ਕੁਟੰਬ, ਉਹਨਾਂ ਦਾ ਟੱਬਰ ਵੀ ਉਧਰ ਗਿਆ। ਜਿਹੜੇ ਆਪ ਆਤਮ ਗਿਆਨੀ ਹੋ ਜਾਣ, ਇੱਕ ਪਰਿਵਾਰ ਵਿੱਚ ਮਹਾਂਪੁਰਸ਼ ਮਹਾਤਮਾ ਹੋ ਜਾਣ, ਭਾਈ ਉਹਨਾਂ ਦੀ ਸੰਗਤ ਕਰਨ ਵਾਲੇ ਅੱਜ ਨਹੀਂ ਤਾਂ ਕੱਲ ਤਰ ਜ਼ਰੂਰ ਜਾਣਗੇ। ਇਸ ਜਨਮ 'ਚ ਨਹੀਂ ਤਾਂ ਅਗਲੇ ਜਨਮ 'ਚ ਸਹੀ। ਲਾਭ ਤਾਂ ਮਿਲੇਗਾ ਹੀ ਨਾ ਉਸ ਨਾਮ ਜਪਣ ਵਾਲੇ ਦੀ ਸੇਵਾ ਕਰਨ ਦਾ, ਬੰਦਗੀ ਕਰਨ ਵਾਲੇ ਦੀ ਸੰਗਤ ਕਰਨ ਦਾ ਲਾਭ ਤਾਂ ਹਾਸਲ ਤਾਂ ਹੋਵੇਗਾ ਹੀ। ਕਹਿੰਦੇ ਭਾਈ ਧੰਗਾ ਜੀ ਜਿੱਥੇ ਆਪ ਤਰੇ, ਉੱਥੇ ਆਪਣਾ ਕੁਟੰਬ ਵੀ, ਆਪਣਾ ਪਰਿਵਾਰ ਵੀ ਆਪਣੇ ਨਾਲ ਤਾਰ ਲਿਆ। ਜਿਮ ਕਾਸ਼ਟ ਸੇ ਲੋਹੋ ਪਾਰ। ਕਹਿੰਦੇ ਜਿਵੇਂ ਲੱਕੜ ਦੇ ਨਾਲ ਲੋਹੇ ਦੀਆਂ ਮੇਖਾਂ ਲੱਗੀਆਂ ਹੋਣ ਤਾਂ ਤਰ ਨਹੀਂ ਜਾਂਦੀਆਂ। ਲੱਕੜ ਨਾਲ ਲੋਹਾ ਜਿਵੇਂ ਤਰ ਜਾਂਦਾ ਹੈ, ਇਉਂ ਭਾਈ ਧੰਗਾ ਨਾਈ ਜੀ ਦੇ ਨਾਲ ਉਹਨਾਂ ਦਾ ਕੁਟੰਬ, ਉਹਨਾਂ ਦੇ ਸੰਗੀ ਵੀ ਤਰ ਗਏ। ਜਿੱਥੇ ਉਹ ਆਪ ਤਰੇ, ਉਹਨਾਂ ਨੇ ਆਪਣੇ ਸੰਗੀ ਵੀ ਤਾਰ ਲਏ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ। ਭਾਈ ਹੋਰ ਕਿਤਨੀ ਲੁਕਾਈ ਉਹਨਾਂ ਦੇ ਨਾਲ ਛੁੱਟ ਜਾਂਦੀ ਹੈ, ਮੁਕਤ ਹੋ ਜਾਂਦੀ ਹੈ, ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਗੁਰਮੁਖ ਹਨ। ਪਾਰੋ ਜੁਲ ਕਾ ਨਾਮ ਸੁਆਇਓ। ਖਾਲਸਾ ਜੀ ਮਹਾਨ ਤਤਵੇਤਾ ਮਹਾਂਪੁਰਸ਼ ਹੋਏ, ਡੱਲੇ ਪਿੰਡ ਦੇ ਰਹਿਣ ਵਾਲੇ ਭਾਈ ਸਾਹਿਬ ਭਾਈ ਪਾਰੋ ਜੀ ਜੁਲਕਾ ਪਰਮਹੰਸ। ਜਦੋਂ ਸਿੱਖਾਂ ਦੀ ਭਗਤਮਾਲਾ ਲਿਖੀ ਨਾ ਭਾਈ ਗੁਰਦਾਸ ਜੀ ਨੇ, ਕੱਲੇ ਭਾਈ ਪਾਰੋ ਜੀ ਦੇ ਨਾਲ ਮਹਾਰਾਜ ਜੀ ਭਾਈ ਗੁਰਦਾਸ ਜੀ ਨੇ ਪਰਮਹੰਸ ਸ਼ਬਦ ਵਰਤਿਆ। ਭਾਈ ਪਾਰੋ ਪਰਮਹੰਸ। ਭਾਈ ਪਾਰੋ ਜੀ ਇਹੋ ਜਿਹੇ ਮਹਾਨ, ਅੱਗੇ ਕਥਾ ਆਵੇਗੀ ਇਹਨਾਂ ਦੀ, ਕੈਸੇ ਮਹਾਨ ਤਤਵੇਤਾ ਮਹਾਂਪੁਰਸ਼ ਹੋਏ। ਗੁਰੂ ਅੰਗਦ ਸਾਹਿਬ ਦੇ ਸਮੇਂ ਸਿੱਖੀ ਧਾਰੀ, ਗੁਰੂ ਅਮਰਦਾਸ ਸਾਹਿਬ ਦੇ ਸਮੇਂ
ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋਏ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰਬੱਤ ਇਹਨਾਂ ਦੇ ਪਰਿਵਾਰ ਨਾਲ ਜੁੜਿਆ, ਇਹਨਾਂ ਦੇ ਅੰਸ਼ ਵੰਸ਼ ਵਿੱਚੋਂ ਸਨ ਸਤਿਕਾਰਯੋਗ ਮਾਤਾ ਦਮੋਦਰੀ ਜੀ, ਜੋ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਮਹਿਲ ਸਨ। ਭਾਈ ਸਾਹਿਬ ਭਾਈ ਪਾਰੋ ਜੀ ਪਰਮਹੰਸ ਕਿਵੇਂ ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋਏ, ਗੁਰੂ ਅੰਗਦ ਦੇਵ ਸਾਹਿਬ ਦੀ ਸ਼ਰਨ ਚ ਆ ਕੇ ਉਪਦੇਸ਼ ਗ੍ਰਹਿਣ ਕੀਤਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰੋਜ਼ਾਨਾ ਰਾਤ ਨੂੰ 7:30 ਤੋਂ 9:30 ਵਜੇ ਤੱਕ ਸਮਾਗਮ ਹੋ ਰਹੇ ਨੇ, ਗੁਰਮਤਿ ਸਮਾਗਮ, ਜਿਹਦੇ ਵਿੱਚ ਸੰਗਤੀ ਰੂਪ 'ਚ ਜਪਜੀ ਸਾਹਿਬ ਦੇ ਪਾਠ ਹੁੰਦੇ ਹਨ। ਉਪਰੰਤ ਆਨੰਦ ਸਾਹਿਬ ਜੀ ਦੀ ਬਾਣੀ ਦੀ ਕਥਾ ਵਿਚਾਰ ਹੋ ਰਹੀ ਹੈ। ਆਪ ਜੀ ਨੇ ਦੀਵਾਨ ਹਾਲ ਵਿੱਚ ਸ਼ਾਮ ਨੂੰ ਰਾਤ ਨੂੰ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਨਾ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਹੈ ਪੁਰਨ ਹੈ ਸਰਬ ਮੈਂ ਹੈ ਸੰਗੀ ਹੈ ਨਿਰੰਕਾਰ ਹੈ ਗੋਬਿੰਦ ਹੈ ਗੁਣ ਨਿਧਾਨ ਹੈ ਅਪਰੰਪਰ ਹਰ ਹਰੇ हे संतः कै सदा संग हे ठाकुर हों दासरो नानक दीजै नाम दान आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਓਤਿ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवंदे ਗੁਰ ਪਾਰ ਉਤਾਰ ਨਿਆਰ वाहिगुरु जी का खालसा वाहिगुरु जी की फतेह।